ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਇਆਂ ਨੂੰ ਅੱਜ ਅਸੀਂ ਸਾਰੇ ਜਣੇ ਮਿਲ ਕੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਦਾ ਜੋ ਪ੍ਰਕਾਸ਼ ਗੁਰਪੁਰਬ ਹੈ ਸੰਗਤ ਜੀ, ਉਸਦੇ ਆਪਾਂ ਵਿਚਾਰਾਂ ਕਰਾਂਗੇ, ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਿੱਖ ਕੌਮ ਵਿੱਚ ਕਾਫੀ ਸਮੇਂ ਤੋਂ ਬਹੁਤ ਵੱਡੇ ਲੈਵਲ ਤੇ ਤਿਆਰੀਆਂ ਹੋ ਰਹੀਆਂ ਸਨ ਕਿ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਮਨਾਇਆ ਜਾਏਗਾ, ਲੇਕਿਨ ਚਲੋ ਕੁਛ ਬਿਮਾਰੀ ਦੇ ਕਾਰਨ ਹਾਲਾਤ ਇਕੱਠੇ ਨਹੀਂ ਹੋ ਪਾਏ ਉਹਨੇ ਆਪਾਂ, ਪਰ ਲੇਕਿਨ ਹਿਰਦੇ ਤਾਂ ਸਾਰਿਆਂ ਦੇ ਸਤਿਗੁਰਾਂ ਦੇ ਨਾਲ ਜੁੜੇ ਹੀ ਹੋਏ ਨੇ। ਸੋ ਸਾਰੀ ਗੱਲ ਤਾਂ ਇਹ ਹੈ ਕਿ ਤੁਹਾਡਾ ਭਾਵ, ਤੁਹਾਡਾ ਹਿਰਦਾ, ਤੁਹਾਡੀ ਆਸਥਾ, ਤੁਹਾਡੀ ਸ਼ਰਧਾ ਭਾਵਨਾ ਗੁਰੂ ਦੇ ਨਾਲ ਜੁੜੀ ਹੋਵੇ, ਫਿਰ ਜਿੱਥੇ ਵੀ ਹੋ ਉੱਥੇ ਗੁਰੂ ਅੰਗ ਸੰਗ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ। ਤੋ ਅੱਜ ਵੀ ਸਾਰੀਆਂ ਸੰਗਤਾਂ ਨੇ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਸਤਿਗੁਰਾਂ ਦੇ ਅਸੀਂ ਇਤਿਹਾਸ ਵਿੱਚੋਂ ਵੀ ਦਰਸ਼ਨ ਕਰਾਂਗੇ, ਔਰ ਜ਼ਿਆਦਾ ਅਸੀਂ ਬਾਣੀ ਵਿੱਚੋਂ ਦਰਸ਼ਨ ਕਰਾਂਗੇ ਕਿ ਬਾਣੀ ਰੂਪ ਵਿੱਚ ਸਤਿਗੁਰਾਂ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤਾਂ ਮਹਾ ਪਾਵਨ ਜੋ ਬਚਨ ਨਿਤ ਨਿਤ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। ਸੋ ਇੰਨੀਆਂ ਬਖਸ਼ਿਸ਼ਾਂ ਦੇ ਮਾਲਕ ਨੇ ਕਿ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨ ਦੇ ਨਾਲ ਕੀ ਆ ਜਾਂਦਾ, ਨੌ ਨਿਧਾਂ। ਇੱਕ ਤਾਂ ਸੰਸਾਰਿਕ ਨੌ ਨਿਧਾਂ ਨੇ ਖਜ਼ਾਨੇ ਜਿਹੜੇ ਸੰਸਾਰ ਦੇ ਗਿਣੇ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਨੌ ਨਿਧਾਂ ਦਾ ਵੀ ਜ਼ਿਕਰ ਹੈ, ਲੇਕਿਨ ਅਸਲੀ ਨੌ ਨਿਧ ਕਿਆ ਨਾਮ। ਸਤਿਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਅੱਜ ਅਸੀਂ ਯਾਦ ਕਰਾਂਗੇ। ਸਾਡੇ ਹਿਰਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰਨਗੇ, ਨਾਮ ਵਸਾਣਗੇ। ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। ਹਰ ਜਗ੍ਹਾ ਮਹਾਰਾਜ ਜੀ ਸਹਾਈ ਹੁੰਦੇ ਨੇ, ਕਿੱਥੇ ਵੀ, ਚਾਹੇ ਕਿਸੇ ਨੂੰ ਲੋਕ 'ਚ ਜ਼ਰੂਰਤ ਪੈ ਜਾਵੇ ਔਰ ਚਾਹੇ ਕਿਸੇ ਨੂੰ ਆਪਣੇ ਰੂਹ ਦੇ ਕਲਿਆਣ ਦੇ ਲਈ ਜ਼ਰੂਰਤ ਪੈ ਜਾਵੇ, ਮਹਾਰਾਜ ਜੀ ਸਾਡੀ ਬਾਣੀ ਵਿੱਚੋਂ ਇਹ ਸਹਾਇਤਾ ਕਰਨਗੇ, ਭਾਈ ਕਿਵੇਂ ਸਾਡਾ ਕਲਿਆਣ ਹੋ ਸਕਦਾ ਹੈ। ਤੋ ਸਤਿਗੁਰਾਂ ਦਾ ਜੋ ਪ੍ਰਕਾਸ਼ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੋਇਆ। ਤੋ ਗੁਰਬਾਣੀ ਦੇ ਵਚਨ ਨੇ ਵੀ ਉਹ ਧਰਤੀ ਪੱਗਾਂ ਵਾਲੀ ਹੋ ਜਾਂਦੀ ਹੈ ਜਿੱਥੇ ਸਤਿਗੁਰਾਂ ਦਾ ਜਿਹੜਾ ਪ੍ਰਕਾਸ਼ ਹੁੰਦਾ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ। ਉੱਥੋਂ ਦੇ ਜੰਤ ਵੀ ਜਿਹੜੇ ਨੇ ਉਹ ਵੀ ਹਰੇ ਭਰੇ ਹੋ ਜਾਂਦੇ ਨੇ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਸੋ ਅੱਜ ਵੀ ਅਸੀਂ ਜਿੱਥੇ ਜਿੱਥੇ ਬੈਠੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਅੰਦਰ ਇੱਕ ਹਰਿਆ ਭਰਿਆ ਖਿਲ ਜਾਏਗਾ ਸਾਰਿਆਂ ਦਾ। ਫਿਰ ਮਹਾਰਾਜ ਕਹਿੰਦੇ ਨੇ ਧੰਨ ਧੰਨ ਪਿਤਾ। ਸੋ ਉਸ ਸਤਿਗੁਰਾਂ ਦੇ ਪਿਤਾ ਜੀ ਵੀ ਜਿਹੜੇ ਉਹ ਧੰਨ ਨੇ। ਸਾਡੇ ਸਤਿਗੁਰਾਂ ਦੇ ਪਿਤਾ ਜੀ ਵੀ ਸਤਿਗੁਰੂ ਜੀ ਨੇ, ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ। ਉਹ ਕੁਲ ਵੀ ਧੰਨ ਆ ਜਿੱਥੇ ਸਤਿਗੁਰੂ ਜੀ ਪ੍ਰਕਾਸ਼ ਧਾਰਦੇ ਨੇ। ਉਹ ਸੋਢੀ ਕੁਲ ਦੇ ਵਿੱਚੋਂ ਨੇ ਮਹਾਰਾਜ ਜੀ। ਉਹ ਧੰਨ ਧੰਨ ਸੋ ਜਨਨੀ ਮਾਤਾ ਨਾਨਕੀ ਜੀ, ਉਹ ਧੰਨ ਨੇ ਜਿਨ ਗੁਰੂ ਜਣਿਆ ਮਾਏ। ਸੋ ਧੰਨ ਧੰਨ ਗੁਰੂ ਜੀ ਨਾਮ ਅਰਾਧਿਆ, ਆਪ ਧਰਿਆ ਜਿਹਨੇ ਡਿੱਠਾ ਤੇ ਨਾ ਲੈ ਛੜਾਇਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਗਮਨ ਹੋਇਆ, ਪ੍ਰਕਾਸ਼ ਹੋਇਆ। ਜਦੋਂ ਸਤਿਗੁਰਾਂ ਦਾ ਆਗਮਨ ਹੋਇਆ ਤਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਉਸ ਵਕਤ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਉਹ ਸਰਵਣ ਕਰ ਰਹੇ ਸੀ। ਤੋ ਆ ਕੇ ਸਿੱਖ ਨੇ ਸੁਨੇਹਾ ਦਿੱਤਾ ਕਿ ਮਹਾਰਾਜ ਜੀ ਘਰ ਸਾਹਿਬਜ਼ਾਦੇ ਦਾ ਆਗਮਨ ਹੋਇਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਭੋਗ ਪਿਆ ਕੀਰਤਨ ਦਾ, ਉਸ ਤੋਂ ਬਾਅਦ ਫਿਰ ਆਪਣੇ ਮਹਿਲ, ਗੁਰੂ ਕੇ ਮਹਿਲ ਜਿਹਨੂੰ ਕਿਹਾ ਜਾਂਦਾ, ਉੱਥੇ ਗੁਰਦੁਆਰਾ ਸਾਹਿਬ ਵੀ ਅੱਜ, ਉੱਥੇ ਮਹਾਰਾਜ ਜੀ ਜਾਂਦੇ ਨੇ। ਤੋ ਸਾਹਿਬਜ਼ਾਦੇ ਨੂੰ, ਬਾਲਕ ਨੂੰ ਗੋਦੀ ਵਿੱਚ ਚੱਕਦੇ ਨੇ, ਔਰ ਇਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ। ਤੋ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਪੁੱਛਿਆ ਕਿ ਸਤਿਗੁਰੂ ਜੀ ਅੱਗੇ ਵੀ ਸਾਹਿਬਜ਼ਾਦਿਆਂ ਦਾ ਆਗਮਨ ਹੋਇਆ, ਬੀਬੀ ਵੀਰੋ ਜੀ ਇੱਕ ਪੁੱਤਰੀ ਦਾ ਵੀ ਆਗਮਨ ਹੋਇਆ, ਪਰ ਇਹ ਸਾਹਿਬਜ਼ਾਦੇ ਨੂੰ ਤੁਸੀਂ ਬੜਾ ਮਸਤਕ ਵੱਲ ਗੌਰ ਨਾਲ ਦੇਖ ਕੇ ਔਰ ਤੁਸੀਂ ਇਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਇਹ ਚਰਨ ਜੁੰਮੇ ਵੀ ਹੈ, ਇਹ ਕੀ ਕਾਰਨ? ਤਾਂ ਫਿਰ ਸਤਿਗੁਰਾਂ ਨੇ ਵਚਨ ਗਏ ਸਨ, ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਿ ਇਹ ਜੋ ਆਏ ਨੇ ਇਹ ਬਹੁਤ ਬਰਕਤਾਂ ਲੈ ਕੇ ਆਏ ਨੇ। ਇਹਨਾਂ ਨੇ ਸੰਸਾਰ ਨੂੰ ਦੇ ਹੀ ਜਾਣਾ, ਲੈਣਾ ਕਿਸੇ ਤੋਂ ਕੁਛ ਨਹੀਂ, ਬਸ ਇਹ ਦੇਣ ਵਾਸਤੇ ਹੀ ਆਏ ਨੇ। ਤੋ ਜਿਉਂ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦਾ, ਜਦੋਂ ਹਾਲੇ 4 ਸਾਲ ਦੇ ਬਾਲਕ ਰੂਪ ਦੇ ਵਿੱਚ ਨੇ, ਉਦੋਂ ਬਾਬਾ ਗੁਰਦਿੱਤਾ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਦਾ ਜਿਹੜਾ ਵਿਆਹ ਹੈ, ਆਨੰਦ ਕਾਰਜ ਹੋਣੇ ਨੇ। ਤੋ ਉਹ ਸਾਰੇ ਬਰਾਤ ਦੀਆਂ ਤਿਆਰੀਆਂ ਕਰ ਰਿਹਾ ਸਾਰਾ ਪਰਿਵਾਰ। ਮਾਤਾ ਨਾਨਕੀ ਜੀ ਨੇ ਆਪਣੇ 4 ਸਾਲ ਦੇ ਪੁੱਤਰ ਨੂੰ ਬੜੇ ਸੁੰਦਰ ਵਸਤਰ ਪਹਿਨਾਏ ਨੇ, ਬਰਾਤ ਲਈ ਤਿਆਰੀ ਹੋ ਰਹੀ ਹੈ ਜਿਵੇਂ ਕਰਦੇ ਅਸੀਂ ਸਾਰੇ ਜਣੇ।
ਸੋ ਉਤਨੇ ਨੂੰ ਉਹ 4 ਸਾਲ ਦੇ ਬਾਲਕ ਆਪਣਾ ਖੇਡ ਰਹੇ ਨੇ ਤਿਆਰ ਹੋ ਕੇ। ਤਾਂ ਮਹਿਲ ਚੋਂ ਥੋੜਾ ਜਿਹਾ ਬਾਹਰ ਨੂੰ ਹੋਏ ਤਾਂ ਕੀ ਦੇਖਿਆ ਕਿ ਇੱਕ ਬੱਚਾ ਜਿਹੜਾ ਉਹ ਨੰਗਾ ਹੈ ਔਰ ਠੰਡ ਉਸਨੂੰ ਲੱਗ ਰਹੀ ਹੈ। ਉਹ ਗਰੀਬ ਕੋਈ ਬੱਚਾ ਲੱਗ ਰਿਹਾ ਹੈ। ਉਹਨੂੰ ਪੁੱਛਿਆ ਵੀ ਤੇਰਾ ਇਸ ਤਰ੍ਹਾਂ ਤੂੰ ਕੱਪੜਾ ਨਹੀਂ ਕੋਈ ਪਹਿਨਿਆ ਹੋਇਆ, ਤੂੰ ਠੰਡ 'ਚ ਕੰਬ ਰਿਹਾ। ਉਹਨੇ ਕਿਹਾ ਅਸੀਂ ਬਹੁਤ ਗਰੀਬ ਹਾਂ, ਮੇਰੇ ਕੋਲ ਕੱਪੜੇ ਨਹੀਂ ਹੈਗੇ। ਤੋ ਕੀ ਕਰਦੇ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ 4 ਸਾਲ ਦੇ ਬਾਲਕ ਨੇ ਉਸੇ ਵਕਤ ਜਿਹੜਾ ਆਪਣਾ ਬੇਸ਼ੁਮਾਰ ਕੀਮਤੀ ਚੋਲਾ ਪਹਿਨਿਆ ਸੀ, ਬਰਾਤ ਜਾਣ ਲਈ ਜਿਹੜੀ ਤਿਆਰੀ ਕੀਤੀ ਸੀ, ਉਹ ਸਾਰਾ ਉਸ ਬੱਚੇ ਨੂੰ ਪਹਿਨਾ ਕੇ ਆਪ ਆ ਜਾਂਦੇ ਨੇ ਅੰਦਰ ਮਹਿਲਾਂ ਦੇ ਵਿੱਚ। ਤਾਂ ਮਾਤਾ ਨਾਨਕੀ ਜੀ ਦੇਖਦੇ ਨੇ ਵੀ ਮੈਂ ਤਿਆਰ ਕਰਕੇ ਭੇਜਿਆ ਸੀ ਤੇ ਇਹ ਤਾਂ ਵਸਤਰ ਵੀ ਨਹੀਂ ਤਨ ਦੇ ਉੱਤੇ। ਤੇ ਫਿਰ ਜਦੋਂ ਪੁੱਛਿਆ ਤਾਂ ਦੱਸਿਆ ਕੋਈ ਬੱਚਾ ਜਿਹੜਾ ਉਹ ਠੰਡ ਵਿੱਚ ਸੀਗਾ ਤੇ ਮੈਂ ਉਹਨੂੰ ਆਪਣਾ ਲਾ ਕੇ ਦੇ ਆਈ। ਤੋ ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹ ਪਾਸ ਆਉਂਦੇ ਨੇ, ਕਹਿੰਦੇ ਦੇਖੋ ਆਪਣਾ ਸਪੁੱਤਰ, ਸੋ ਮੈਂ ਸਾਰੀ ਤਿਆਰੀ ਕੀਤੀ ਇਹਨਾਂ ਦੀ ਬਰਾਤ 'ਚ ਜਾਣ ਦੀ, ਇਹ ਹੁਣ ਆਪਣੇ ਆ ਕੱਪੜੇ ਲਾ ਕੇ ਉੱਥੇ ਦੇ ਆਏ ਆ। ਤੋ 6ਵੇਂ ਪਾਤਸ਼ਾਹ ਜੀ ਗੰਭੀਰ ਹੋਏ ਔਰ ਮੁਸਕਰਾਏ ਹੋਏ। ਸਤਿਗੁਰਾਂ ਨੇ ਕਿਹਾ ਅੱਜ ਤਾਂ ਇਹ ਸਿਰਫ ਇਹਨਾਂ ਨੇ ਆਹੀ ਚੋਲਾ ਦਿੱਤਾ ਨਾ, ਇੱਕ ਸਮਾਂ ਇਹੋ ਜਿਹਾ ਵੀ ਆਵੇਗਾ ਇਹ ਲੋੜਵੰਦਾਂ ਦੇ ਲਈ ਆਪਣੇ ਤਨ ਦਾ ਚੋਲਾ ਵੀ ਵਾਰ ਕੇ ਰੱਖ ਦੇਣ। ਸੋ ਪਹਿਲੇ ਹੀ ਸਤਿਗੁਰਾਂ ਨੇ ਬਚਨ 6ਵੇਂ ਪਾਤਸ਼ਾਹ ਨੇ ਕਰ ਦਿੱਤੇ ਸਨ। ਤੋ ਜਦੋਂ ਹਾਲੇ 11 ਸਾਲ ਦੀ ਉਮਰ ਹੈ ਤਾਂ ਸਤਿਗੁਰਾਂ ਦਾ ਜਿਹੜਾ ਹੈ ਮਾਤਾ ਗੁਜਰੀ ਜੀ ਦੇ ਨਾਲ ਜਿਹੜਾ ਹੈ ਸ਼ਾਦੀ ਹੋ ਜਾਂਦੀ ਹੈ, ਵਿਆਹ ਹੋ ਜਾਂਦਾ। ਅੱਗੇ ਛੋਟੀਆਂ ਉਮਰਾਂ ਵਿੱਚ ਹੀ ਹੋ ਜਾਂਦੇ ਸਨ। ਸੋ ਮਾਤਾ ਗੁਜਰੀ ਜੀ ਵੀ ਬਹੁਤ ਜੀਵਨ ਭਰ ਸਾਥ ਦਿੰਦੇ ਨੇ ਔਰ ਬਹੁਤ ਅਣਥੱਕ ਉਹਨਾਂ ਦੀ ਘਾਲਣਾ ਹੈ। ਹਾਲੇ ਜਦੋਂ ਪੌਣੇ ਕੁ 14 ਸਾਲਾਂ ਦਾ ਸਰੀਰ ਰੂਪ ਦਾ ਜੀਵਨ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ, ਉਦੋਂ ਫਿਰ ਜੰਗੇ ਮੈਦਾਨ ਵਿੱਚ ਜੂਝਦੇ ਵੀ ਨੇ ਔਰ ਇੰਨਾ ਆਪਣੀ ਜਿਹੜਾ ਤੇਗ ਦੇ ਜੌਹਰ ਦਿਖਾਉਂਦੇ ਨੇ। ਨਾਮ ਪਹਿਲਾਂ 6ਵੇਂ ਪਾਤਸ਼ਾਹ ਨੇ ਤਿਆਗਮਲ ਰੱਖਿਆ ਸੀ ਕਿ ਇਹ ਤਿਆਗੀ ਹੋਣਗੇ, ਲੇਕਿਨ ਫਿਰ ਜਦੋਂ ਤੇਗ ਦੇ ਇੰਨੇ ਜੌਹਰ ਦਿਖਾਉਂਦੇ ਨੇ ਫਿਰ ਨਾਮ ਰੱਖ ਦਿੰਦੇ ਨੇ ਤੇਗ ਬਹਾਦਰ ਜੀ। ਸੋ ਹੁਣ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਜਿਹੜੀ ਜੋਤ ਹੈ ਉਹ ਆਪਣੇ ਪੋਤਰੇ ਦੇ ਵਿੱਚ ਟਿਕਾਉਂਦੇ ਨੇ। ਆਪਣੇ 5 ਪੁੱਤਰ ਮੌਜੂਦ ਨੇ, ਲੇਕਿਨ ਇਹ ਗੁਰੂ ਦੀ ਆਪਣੀ ਬਖਸ਼ਿਸ਼ ਹੈ, ਰਹਿਮਤ ਹੈ, ਕਿਸ ਨੂੰ ਦਾਤ ਦੇਣੀ ਹੈ। ਤੋ ਕਦੋਂ ਕਦੋਂ ਕਿਸ ਦਾ ਸਮਾਂ ਆਉਂਦਾ ਹੈ ਤਾਂ ਆਪਣੇ ਪੋਤਰੇ ਨੂੰ ਦਾਤ ਦਿੰਦੇ ਨੇ ਔਰ ਸਾਹਿਬਜ਼ਾਦਾ ਤੇਗ ਬਹਾਦਰ ਸਾਹਿਬ ਜੀ ਲਈ ਵਚਨ ਕਰ ਦਿੰਦੇ ਨੇ। ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਲੈ ਕੇ ਜਿਹੜਾ ਹੈ ਉਹ ਬਕਾਲੇ ਚਲੇ ਜਾਓ। ਬਕਾਲਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਨਾਨਕਾ ਪਿੰਡ ਹੈ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਮਾਤਾ ਜੀ ਦੇ ਨਾਲ ਫਿਰ ਜਿਹੜਾ ਹੈ ਉਹ ਬਕਾਲੇ ਆ ਜਾਂਦੇ ਨੇ ਔਰ ਸਤਿਗੁਰੂ ਜੀ ਨਾਲ ਬਖਸ਼ਿਸ਼ਾਂ ਦਿੰਦੇ ਨੇ 6ਵੇਂ ਪਾਤਸ਼ਾਹ ਜੀ। ਇੱਕ ਆਪਣਾ ਰੁਮਾਲ ਦਿੰਦੇ ਨੇ, ਇੱਕ ਪੋਥੀ ਦਿੰਦੇ ਨੇ, ਇੱਕ ਸ਼ਸਤਰ ਵੀ ਦਿੰਦੇ ਨੇ। ਉਹ ਲੈ ਕੇ ਉੱਥੇ ਆ ਜਾਂਦੇ ਨੇ ਔਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੇ 26 ਸਾਲ ਰਹੇ ਨੇ। ਜੋ ਸਤਿਗੁਰਾਂ ਨੇ ਪਿਤਾ ਜੀ ਨੇ ਬਚਨ ਕਰ ਦਿੱਤਾ ਉੱਥੇ ਰਹੇ। ਔਰ ਮਾਤਾ ਨਾਨਕੀ ਜੀ ਨੇ ਥੋੜਾ ਜਿਹਾ ਜ਼ਰੂਰ ਕਿਹਾ ਸੀ 6ਵੇਂ ਪਾਤਸ਼ਾਹ ਜੀ ਨੂੰ ਵੀ ਇਹ ਤੁਹਾਡਾ ਪੁੱਤਰ ਤਾਂ ਬਿਲਕੁਲ ਵਿਰਕਤ ਰਹਿੰਦਾ ਹੈ, ਨਾ ਬਹੁਤੀ ਕਿਸੇ ਨਾਲ ਗੱਲ ਨਾ ਬਾਤ ਆਪਣੀ ਬੰਦਗੀ ਦੇ ਵਿੱਚ, ਤੇ ਇਹਨਾਂ ਦਾ ਕੀ ਬਣੇਗਾ। ਹਰ ਮਾਂ ਨੂੰ ਆਪਣੇ ਪੁੱਤਰ ਦਾ ਫਿਕਰ ਹੁੰਦਾ। ਤਾਂ 6ਵੇਂ ਪਾਤਸ਼ਾਹ ਨੇ ਕਿਹਾ ਸੀ ਸਮਾਂ ਆਣ ਦਿਓ, ਇਹਨਾਂ ਨੇ ਤਾਂ ਭਾਗ ਲਾਣੇ ਨੇ ਸੰਸਾਰ ਨੂੰ, ਤੁਸੀਂ ਇਹਨਾਂ ਦਾ ਫਿਕਰ ਨਾ ਕਰੋ। ਤੁਸੀਂ ਇਹ ਬਹੁਤ ਬਰਕਤਾਂ ਲੈ ਕੇ ਆਏ ਨੇ ਇਹ ਤੁਰ ਗਾਉਂ ਹੀ। ਤੋ 26 ਸਾਲ ਬਾਬਾ ਬਕਾਲਾ ਉੱਥੇ ਰਹਿੰਦੇ ਨੇ। ਉਧਰੋਂ ਬੰਦਗੀ ਦੇ ਵਿੱਚ ਨੇ, ਲਿਵਲੀਨ ਨੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਔਰ ਥੋੜਾ ਭੋਰੇ ਵਿੱਚ ਇੱਕ ਭੋਰਾ ਬਣਾ ਕੇ ਉੱਥੇ ਭਗਤੀ ਬੰਦਗੀ ਕਰਦੇ ਨੇ। ਕਦੀ ਕਦੀ ਬਾਹਰ ਵੀ ਜਾਂਦੇ ਨੇ ਔਰ ਨਾਲ ਵਾਲੇ ਪਿੰਡਾਂ ਵਿੱਚ ਵੀ ਜਾਂਦੇ ਨੇ ਕਦੀ ਕਦੀ ਔਰ ਇਲਾਹੀ ਉਪਦੇਸ਼ ਵੀ ਦਿੰਦੇ ਨੇ। ਬਸ ਉਨਾ ਹੀ ਆਪਣਾ ਉਪਦੇਸ਼ ਦੇ ਕੇ ਫਿਰ ਆ ਜਾਣਾ। ਬੜਾ ਏਕਾਂਤ, ਜਿਵੇਂ ਕਿ ਇੰਨੀ ਕਿ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਨੇ ਕਿ ਪੂਰੇ ਸੰਸਾਰ ਦਾ ਕਲਿਆਣ ਕਰਨਾ ਹੈ ਸਤਿਗੁਰਾਂ ਨੇ। ਉਹ ਸਾਰੀਆਂ ਜਿਵੇਂ ਤਿਆਰੀਆਂ ਹੋ ਰਹੀਆਂ ਹੋਣ। ਉਧਰ ਫਿਰ 8ਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਸਤਿਗੁਰੂ ਜੀ ਆਪਣਾ ਜੋਤ ਜਿਹੜੀ ਚੋਲਾ ਸਮੇਟਦੇ ਨੇ ਤਾਂ ਪਹਿਲਾਂ ਬਚਨ ਕਰ ਦਿੰਦੇ ਨੇ ਕਿ ਸਾਡੀ ਜੋਤ ਜਿਹੜੀ ਹੈ ਹੁਣ ਉਹ ਬਾਬਾ ਬਕਾਲੇ ਹੋਵੇਗੀ। ਸੋ ਬਕਾਲਾ ਪਿੰਡ ਦਾ ਨਾਮ ਹੈ। ਬਾਬਾ ਮਤਲਬ ਕਿ ਜਿੱਥੇ ਸਾਡੇ ਰਿਸ਼ਤੇ ਵਿੱਚ ਜਿਹੜੇ ਦਾਦਾ ਜੀ ਲੱਗਦੇ ਹੋਣਗੇ ਉੱਥੇ ਸਾਡੀ ਜੋਤ ਪ੍ਰਵੇਸ਼ ਹੋਵੇਗੀ। ਅਸੀਂ ਪਿਛਲੇ ਹਫ਼ਤੇ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਸਾਰਾ ਦੇਖਿਆ ਸੀ ਪ੍ਰਸੰਗ ਕਿ ਉੱਥੇ ਕਿਵੇਂ ਧੀਰਮਲ ਜਾਂ ਹੋਰ 22 ਗੱਦੀਆਂ ਲਗਾ ਕੇ ਬੈਠੇ ਹੋਏ ਨੇ। ਬਾਬਾ ਮੱਖਣ ਸ਼ਾਹ ਲੁਬਾਣਾ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ, ਸਤਿਗੁਰਾਂ ਦੀ ਆਪਣੀ ਮੌਜ ਸੀ, ਤਾਂ ਉਹ ਫਿਰ ਉਦੋਂ ਉਹਨਾਂ ਨੇ 500 ਸੋਨੇ ਦੀਆਂ ਮੋਹਰਾਂ ਭੇਟਾਂ ਕੀਤੀਆਂ ਔਰ ਬਾਕੀ ਵੀ ਸਿੱਖ ਸੰਗਤਾਂ ਜਿਹੜੀਆਂ ਆਪਣੀਆਂ ਦਸਵੰਧ ਸਾਂਭ ਕੇ ਬੈਠੀਆਂ ਸੀ ਕਿ ਭਾਈ ਬੈਠੇ ਨੇ, ਅਸੀਂ ਤਾਂ ਸੱਚੇ ਗੁਰੂ ਨੂੰ ਭੇਟਾਂ ਕਰਨੀਆਂ ਨੇ। ਉਹਨਾਂ ਨੇ ਵੀ ਆਪਣੀਆਂ ਦਸਵੰਧ ਦੀਆਂ ਭੇਟਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕੀਤੀਆਂ।
ਔਰ ਬਾਬਾ ਮੱਖਣ ਸ਼ਾਹ ਲੁਬਾਣਾ ਤਾਂ ਇਹ ਸਾਰਾ ਕਰਕੇ ਆਪਣਾ ਡੇਰੇ ਵਿੱਚ ਜਾ ਬੈਠੇ ਉੱਥੇ। ਉਧਰੋਂ ਧੀਰਮਲ ਨੂੰ ਪਤਾ ਚੱਲਿਆ ਵੀ ਮੱਖਣ ਸ਼ਾਹ ਲੁਬਾਣੇ ਨੇ 500 ਸੋਨੇ ਦੀਆਂ ਮੋਹਰਾਂ, ਢੇਰ ਲੱਗ ਗਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ। ਹੋਰ ਸੰਗਤਾਂ ਨੇ ਵੀ ਭੇਟਾਂ ਅਰਪਣ ਕੀਤੀਆਂ। ਉਹਨਾਂ ਨੇ ਫਿਰ ਕੀ ਕੀਤਾ, ਆਪਣੇ ਮਸੰਦ ਸ਼ੀਹਾ ਮਸੰਦ ਨੂੰ ਲੈ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਏ ਔਰ ਗੋਲੀ ਚਲਾਈ। ਹੁਣ ਸ਼ੀਹੇ ਮਸੰਦ ਨੇ ਕਈ ਘੋੜੇ ਤੇ ਸਵਾਰ ਲਿਖਦੇ ਨੇ, ਉਦੋਂ ਮਹਾਰਾਜ ਜੀ ਘੋੜੇ ਤੇ ਸਵਾਰ ਸੇ। ਚਲੋ ਜਿਵੇਂ ਗੋਲੀ ਚਲਾਈ ਗਈ, ਜਿਹੜੀ ਕਿ ਸਤਿਗੁਰਾਂ ਦੀ ਦਸਤਾਰ ਨੂੰ ਛੂਹ ਕੇ ਦੀਵਾਰ ਦੇ ਵਿੱਚ ਲੱਗੀ। ਤੋ ਮਾਤਾ ਨਾਨਕੀ ਜੀ ਆਪਣੇ ਪੁੱਤਰ ਦੇ ਕੋਲ ਜਾਂਦੇ ਨੇ, ਦੇਖਦੇ ਨੇ ਵੀ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ, ਤੇ ਉਹਨਾਂ ਦੀ ਦਸਤਾਰ ਨੂੰ ਝਾੜਦੇ ਨੇ ਆਪਣੇ ਦੁਪੱਟੇ ਦੇ ਨਾਲ। ਤੇ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਆਪਣੇ ਮਾਤਾ ਜੀ ਨੂੰ ਪਤਾ ਕੀ ਕਹਿੰਦੇ ਨੇ? ਇਹ ਨਹੀਂ ਕਿ ਕੋਈ ਧੀਰਮਲ ਨਾਲ ਕੋਈ ਵਿਰੋਧ ਕਰਨ ਜਾਂ ਸ਼ੀਹੇ ਮਸੰਦ ਨੂੰ ਕੁਝ ਕਹਿਣ, ਨਹੀਂ। ਉਹ ਕਹਿੰਦੇ ਨੇ ਕਿ ਮਾਤਾ ਜੀ ਦੇਖੋ, ਅਸੀਂ 26 ਸਾਲਾਂ ਦੇ ਇੱਥੇ ਹਾਂ, ਕਦੀ ਕੁਛ ਏਦਾਂ ਦਾ ਰੌਲਾ ਨਹੀਂ ਪਿਆ। ਅੱਜ ਹੀ ਮਾਇਆ ਦੇ ਢੇਰ ਲੱਗੇ, ਅੱਜ ਹੀ ਦੇਖੋ ਵੀ ਇਹ ਮਾਇਆ ਨੇ ਕੀ ਕਰ ਮਾਰਿਆ। ਮਤਲਬ ਕਿੰਨਾ ਸਹਿਜ ਭਾਵ ਦੇ ਵਿੱਚ, ਉੱਧਰ ਕੋਈ ਵਿਰੋਧ ਨਹੀਂ ਆ, ਦ੍ਰਿਸ਼ਟੀ ਦੇਖੋ ਕਿਵੇਂ ਦੇਖਦੇ ਨੇ। ਤਾਂ ਉਧਰ ਇਹ ਧੀਰਮਲ ਉਹ ਸਾਰਾ ਖਜ਼ਾਨਾ ਲੁੱਟ ਕੇ ਸ਼ੀਹੇ ਮਸੰਦ ਦੇ ਨਾਲ ਉੱਥੋਂ ਚਲੇ ਗਏ। ਸਤਿਗੁਰੂ ਜੀ ਨੇ ਕੁਝ ਵੀ ਨਹੀਂ ਕਿਹਾ ਵੀ ਲੈ ਜਾਓ ਭਾਈ। ਸੋ ਉਧਰੋਂ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ ਜਦੋਂ ਪਤਾ ਚੱਲਿਆ, ਉਹਨਾਂ ਨਾਲ ਤਾਂ 500 ਸੈਨਿਕ ਰਹਿੰਦੇ ਸਨ ਹਰ ਵੇਲੇ ਹਥਿਆਰਾਂ ਦੇ ਨਾਲ ਲੈਸ। ਉਹ ਫਿਰ ਆਪਣੇ ਬੰਦਿਆਂ ਨੂੰ ਲੈ ਕੇ ਬਾਬਾ ਧੀਰਮਲ ਤੇ ਸ਼ੀਹੇ ਮਸੰਦ ਨੂੰ ਜਾ ਫੜਿਆ। ਤੇ ਬਾਬਾ ਧੀਰਮਲ ਦੇ ਤਾਂ ਪੈਰਾਂ ਵਿੱਚੋਂ ਜੁੱਤੀ ਲਹਾ ਦਿੱਤੀ ਵੀ ਨੰਗੇ ਕਦਮ ਚਲੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਜਾ ਕੇ ਮਾਫੀ ਮੰਗੋ। ਔਰ ਉਹ ਸ਼ੀਹੇ ਮਸੰਦ ਦੀਆਂ ਮਸ਼ਕਾਂ ਬੰਨ ਲਈਆਂ ਔਰ ਦੋਨਾਂ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਨਾਲ ਖਜ਼ਾਨਾ ਔਰ ਨਾਲ ਜਿਹੜਾ ਧੀਰਮਲ ਨੇ ਗੁਰੂ ਗ੍ਰੰਥ ਸਾਹਿਬ ਵੀ ਕਬਜ਼ੇ ਵਿੱਚ ਲਿਆ ਹੋਇਆ ਸੀ, ਉਹ ਵੀ ਲੈ ਕੇ ਫਿਰ ਆ ਗਏ ਉੱਥੇ ਬਾਬਾ ਮੱਖਣ ਸ਼ਾਹ ਲੁਬਾਣਾ। ਜਦੋਂ ਸਤਿਗੁਰੂ ਜੀ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਉਂਦੇ ਨੇ ਤਾਂ ਉਹਨਾਂ ਦੇ ਨੰਗੇ ਪੈਰ ਨੇ ਤੇ ਉਹਨਾਂ ਦੇ ਮਸ਼ਕਾਂ ਬੰਨੀਆਂ ਹੋਈਆਂ ਸ਼ੀਹੇ ਮਸੰਦ ਦੀਆਂ, ਤੇ ਔਰ ਸਾਰਾ ਖਜ਼ਾਨਾ ਲਿਆ ਕੇ ਮਹਾਰਾਜ ਦੇ ਚਰਨਾਂ ਵਿੱਚ ਮੱਖਣ ਸ਼ਾਹ ਲੁਬਾਣੇ ਨੇ ਜਿਹੜਾ ਢੇਰੀ ਕਰ ਦਿੱਤਾ। ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਔਰ ਬਾਬਾ ਮੱਖਣ ਸ਼ਾਹ ਲੁਬਾਣਾ ਕਹਿੰਦੇ ਮੈਂ ਹੁਣ ਇਹਨਾਂ ਨੂੰ ਹੋਰ ਸਜ਼ਾ ਦੇਣੀ ਆ, ਪਹਿਲਾਂ ਇੱਕ ਵਾਰ ਤੁਹਾਡੇ ਕੋਲ ਮਾਫੀ ਮੰਗ ਲੈਣ। ਇੰਨੇ ਉਹ ਰੋਹ ਵਿੱਚ ਆਏ ਹੋਏ ਨੇ ਵੀ ਮੇਰੇ ਸਤਿਗੁਰਾਂ ਨਾਲ ਇਵੇਂ ਕੀਤਾ ਹੈ। ਮਹਾਰਾਜ ਜੀ ਅੱਗਿਓਂ ਕਹਿੰਦੇ ਨੇ ਮੱਖਣ ਸ਼ਾਹ ਨੂੰ ਵੀ ਇਹ ਤੂੰ ਦੇ ਇਹਨਾਂ ਨੂੰ ਖਜ਼ਾਨਾ ਔਰ ਖੋਲ ਮਸ਼ਕਾਂ। ਤਾਂ ਉਹ ਬਾਬਾ ਮੱਖਣ ਸ਼ਾਹ ਲੁਬਾਣਾ ਕਹਿੰਦੇ ਸਤਿਗੁਰ ਨਹੀਂ, ਇਹ ਇਹਨਾਂ ਨੂੰ ਏਦਾਂ ਦੀ ਜਾਤੀ ਨਹੀਂ ਕਰ ਦੇਣੀ, ਇਹ ਨਹੀਂ ਦੇਣਾ। ਉਧਰੋਂ ਮਾਤਾ ਜੀ ਵੀ ਕਹਿੰਦੇ ਨੇ, ਮਾਤਾ ਜੀ ਕਹਿੰਦੇ ਨੇ ਇਹ ਤੁਹਾਨੂੰ ਭੇਟਾ ਕੀਤੀ ਗਈ ਹੈ। ਤੇ ਮਹਾਰਾਜ ਨੇ ਕਿਹਾ ਨਹੀਂ। ਪਰ ਫਿਰ ਮੱਖਣ ਸ਼ਾਹ ਲੁਬਾਣੇ ਨੂੰ ਕਿਹਾ ਵੀ ਤੂੰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਕਿ ਤੂੰ ਆ ਮਾਇਆ ਲੈਣੀ ਹੈ? ਨਹੀਂ ਮਹਾਰਾਜ ਜੀ, ਇਹ ਤਾਂ ਤੁਹਾਡੇ ਚਰਨਾਂ ਚ ਅਰਪਣ ਕੀਤੀ, ਤੁਹਾਡੀ ਵੀ ਭੇਟਾ ਸੀ, ਤਾਂ ਖੁਸ਼ੀਆਂ ਹੀ ਤੁਹਾਡੀਆਂ ਚਾਹੀਦੀਆਂ ਨੇ। ਮਹਾਰਾਜ ਨੇ ਕਿਹਾ ਅਗਰ ਖੁਸ਼ੀਆਂ ਲੈਣੀਆਂ ਨੇ ਨਾ ਤਾਂ ਜਿਹੜੀ ਆ ਵੀ ਤੂੰ ਕੀਤਾ ਮਸ਼ਕਾਂ ਵੀ ਖੋਲ ਸਾਰਾ ਕੁਝ, ਹੋਰ ਵੀ ਕੋਈ ਸਜ਼ਾ ਨਹੀਂ ਦੇਣੀ, ਉਲਟਾ ਇਹਨਾਂ ਨੂੰ ਮਾਫ ਕਰ ਦੇ। ਉਹ ਮੱਖਣ ਸ਼ਾਹ ਲੁਬਾਣਾ ਕਹਿੰਦਾ ਹੁਣ ਮੈਂ ਮਾਫ ਥੋੜੀ ਕਰ ਦੂੰਗਾ, ਚੀਜ਼ਾਂ ਤਾਂ ਚੱਲ ਦੇ ਦੂੰਗਾ ਵੀ ਅੰਦਰ ਮੇਰੇ ਰੋਹ ਹੈ, ਮੇਰੇ ਗੁਰੂ ਨਾਲ ਇਵੇਂ ਕੀਤਾ। ਮਹਾਰਾਜ ਕਹਿੰਦੇ ਨਹੀਂ ਮਾਫ ਕਰ ਦੇ, ਇਹ ਸਾਡੇ ਲਈ ਹੈ ਸੰਗਤ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਮੱਖਣ ਸ਼ਾਹ ਤੇਰੇ ਕੋਲ ਬਲ ਆ, ਤਾਕਤ ਆ, ਤੇਰੇ ਕੋਲ ਬਹੁਤ ਬੰਦੇ ਆ, ਤੇਰੇ ਕੋਲ ਧਨ ਦੀ ਵੀ ਤਾਕਤ ਆ, ਤੇਰਾ ਐਡਾ ਵਪਾਰ ਵੀ ਚੱਲਦਾ, ਹਰ ਤਰ੍ਹਾਂ ਦੀ ਸ਼ਕਤੀ ਤੈਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ। ਔਰ ਤੂੰ ਭੈ ਭਾਵਨੀ ਵਿੱਚ ਵੀ ਰਹਿਣ ਵਾਲਾ ਪਰਮਾਤਮਾ ਦੇ, ਹਰ ਤਰ੍ਹਾਂ ਦੇ ਤੇਰੇ ਕੋਲ ਬਲ ਸ਼ਕਤੀ ਹੈ। ਪਰ ਅਸਲੀ ਬਲਵਾਨ ਉਹੀ ਹੈ ਜਿਹਦੇ ਕੋਲ ਧੀਰਜ ਹੋਵੇ, ਸਹਿਣ ਵੀ ਕਰ ਜਾਵੇ ਔਰ ਮਾਫ ਵੀ ਕਰ ਦੇਵੇ। ਤੇ ਉੱਥੇ ਭਾਈ ਸੰਤੋਖ ਸਿੰਘ ਜੀ ਨੇ ਬਚਨ ਕਹੇ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜੋ ਉਹਨਾਂ ਨੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ ਮਹਾਰਾਜ ਦੇ ਭਾਵ, ਉਹ ਕਹਿੰਦੇ ਨੇ ਕਰਨੀ ਸ਼ਿਮਾ ਮਹਾ ਤਪਦਾਨ, ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਨ ਦੀ ਦੇਵੈ ਦਾਨ, ਸ਼ਿਮਾ ਸਮਾਨ ਆਨ ਗੁਣ ਨਾਹੀ, ਜਾ ਕੇ ਖਿਮਾ ਧਰਮਨ ਮਾਹੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜੀ ਮਾਫ ਕਰ ਦੇਣਾ, ਫॉरगिव ਕਰ ਦੇਣਾ, ਇਹ ਤਾਂ ਮਹਾ ਤਪ ਆ। ਤਪੱਸਿਆ ਕਿੰਨੀ ਤਰ੍ਹਾਂ ਦੀ ਦੁਨੀਆ ਕਰਦੀ, ਮਹਾਰਾਜ ਜੀ ਕਹਿੰਦੇ ਇਹ ਅਸਲੀ ਤਪ ਆ। ਇਹ ਮਹਾ ਤਪ ਨਹੀਂ, ਤਪਾਂ ਦਾ ਤਪ ਹੈ, ਮਹਾ ਤਪ ਆ। ਔਰ ਦਾਨ ਵੀ ਇਹੀ ਹੈ। ਆਪਾਂ ਕਿੰਨੀ ਤਰ੍ਹਾਂ ਦਾ ਦਾਨ ਸੰਸਾਰ ਵਿੱਚ ਦੇਖਦੇ ਕੀਤਾ ਜਾਂਦਾ, ਇਹ ਮਹਾਰਾਜ ਕਹਿੰਦੇ ਅਸਲੀ ਦਾਨ ਆ। ਔਰ ਸ਼ਮਾ ਸਕਲ ਤੀਰਥ ਇਸ਼ਨਾਨ, ਸਾਰੇ ਤੀਰਥਾਂ ਦਾ ਇਸ਼ਨਾਨ। ਮਤਲਬ ਤੁਸੀਂ ਦੇਖੋ ਮਹਾਰਾਜ ਜੀ ਕਿਵੇਂ ਸਮਝਾਉਂਦੇ ਨੇ, ਅਗਰ ਸਾਡੇ ਅੰਦਰ ਕਿਸੇ ਦੇ ਨਾਲ ਬਦਲਾ ਲੈਣ ਦੀ ਭਾਵਨਾ ਜਾਂ ਨਾਰਾਜ਼ਗੀ ਜਾਂ ਗੁੱਸਾ, ਉਹ ਅਸੀਂ ਮਿਲੇ ਹੀ ਆ ਨਾ। ਹੁਣ ਮਹਾਰਾਜ ਕਹਿੰਦੇ ਸਾਰੇ ਤੀਰਥਾਂ ਦਾ ਇਸ਼ਨਾਨ ਹੈ, ਇੱਕ ਤੀਰਥ ਦਾ ਨਹੀਂ।
ਤੀਰਥਾਂ ਤੇ ਬੰਦਾ ਇਸ਼ਨਾਨ ਕਰਨ ਜਾਂਦਾ ਸੀ ਆਪਣੀਆਂ ਮੈਲਾਂ ਧੋਣ ਦੇ ਲਈ। ਮਹਾਰਾਜ ਜੀ ਕਹਿੰਦੇ ਬਸ ਇੱਥੋਂ ਮਾਫ਼ ਕਰੋ ਤਾਂ ਤੁਹਾਡੇ ਤੀਰਥਾਂ ਦਾ ਇਸ਼ਨਾਨ ਹੋ ਜਾਊਗਾ ਸਾਰਿਆਂ ਦਾ। ਇਹ ਅੱਜ ਅਸੀਂ ਲੈਣੇ ਆ, ਮਹਾਰਾਜ ਦੇ ਵਚਨ ਸਮਝਣੇ ਨੇ ਅਸੀਂ। ਤੇ ਫਿਰ ਮਹਾਰਾਜ ਕਹਿੰਦੇ ਸ਼ਿਵਾ ਕਰਨ ਹੀ ਦੇਵੈ ਦਾਨ। ਬਸ ਜਿਹੜਾ ਦਾਨ ਆ ਨਾ, ਇਹ ਦਾਨ ਆ, ਸ਼ਿਮਾ ਕਰ ਦੇਣਾ। ਸ਼ਿਮਾ ਸਮਾਨ ਆਨ ਗੁਣ ਨਾਹੀਂ। ਸ਼ਿਮਾ ਵਰਗਾ ਹੋਰ ਕੋਈ ਕਿਸੇ ਗੁਣ ਦੇ ਨਾਲ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ, ਜਿੰਨੇ ਵੀ ਗੁਣ ਨੇ। ਮਤਲਬ ਸ਼ਿਮਾ ਇੰਨਾ ਵੱਡਾ ਗੁਣ ਆ, ਜਾ ਕੇ ਖਿਮਾ ਧਾਰਮਨ ਮਾਹੀ। ਮਹਾਰਾਜ ਜੀ ਕਹਿੰਦੇ ਉਸ ਲਈ ਗੁਣਵਾਨ ਆ ਜਿਹਨੇ ਆਪਣੇ ਅੰਦਰ ਖਿਮਾ ਧਾਰਨ ਕੀਤੀ ਹੋਈ ਹੈ, ਜਿਹੜਾ ਦੂਸਰੇ ਦੀ ਗੱਲ ਨੂੰ ਬਰਦਾਸ਼ਤ ਵੀ ਕਰ ਲੈਂਦਾ, ਸਹਿਣ ਵੀ ਕਰ ਲੈਂਦਾ, ਔਰ ਦੂਸਰੇ ਦੀ ਵਧੀਕੀ ਨੂੰ ਫਿਰ ਮਾਫ ਵੀ ਕਰ ਦਿੰਦਾ। ਬਹੁਤ ਵੱਡਾ ਗੁਣ ਹੈ ਸੰਗਤ ਜੀ, ਸਾਨੂੰ ਸਾਰਿਆਂ ਨੂੰ ਆਪਣਾ ਹਾਲ ਪਤਾ ਆ। ਸੋ ਇਹ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਮਾਫ ਕਰਨਾ ਹੀ ਸਿਖਾਉਂਦੇ ਨੇ ਬਾਣੀ ਦੇ ਵਿੱਚ। ਗੁਰੂ ਮਹਾਰਾਜ ਜੀ ਮਾਰੂ ਮਹੱਲਾ ਪਹਿਲਾ ਵਿੱਚ ਕਹਿੰਦੇ ਨੇ, ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸਰਨਾਈ, ਆਤਮ ਚੀਨ ਪ੍ਰਾਤਮ ਚੀਨੋ, ਗੁਰ ਸੰਗਤ ਇਹ ਨਿਸਤਾਰਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਗੁਰੂ ਦੀ ਸ਼ਰਨ ਵਿੱਚ ਪਾਓ ਤੁਸੀਂ। ਗੁਰੂ ਨੇ ਕੀ ਸਿਖਾਉਣਾ ਤੁਹਾਨੂੰ? ਸੱਚ ਦੇ ਮਾਰਗ ਤੇ ਚੱਲਣਾ, ਉੱਚਾ ਤੁਹਾਡਾ ਆਚਰਣ ਹੋਵੇ, ਅੰਦਰ ਤੁਹਾਡੇ ਸਬਰ ਸੰਤੋਖ ਹੋਵੇ। ਇਵੇਂ ਮਹਾਰਾਜ ਜੀ ਕਹਿੰਦੇ ਇਹ ਗੁਣਾਂ ਨੂੰ ਧਾਰਨ ਕਰੋ, ਔਰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਇਹ ਗੁਣ ਧਾਰਨ ਕਰੋ। ਹੋਰ ਕੀ ਕਰੋ? ਗੁਰੂ ਦੀ ਸ਼ਰਨ ਵਿੱਚ ਰਹਿ ਕੇ ਮਾਫ ਕਰ ਦੋ। ਫਿਰ ਕੀ ਹੋਏਗਾ? ਸਤਿ ਆ, ਸੰਤੋਖ ਆ, ਮਾਫ ਕਰਦੇ ਆ, ਗੁਰੂ ਦੀ ਸ਼ਰਨ ਵਿੱਚ ਹੈ। ਹੋਰ ਮਹਾਰਾਜ ਜੀ ਕਹਿੰਦੇ ਹੋਰ ਤੂੰ ਕੀ ਕਰ? ਇਹ ਕਰਨ ਤੋਂ ਬਾਅਦ ਆਤਮ ਚੀਨ, ਆਪਣੇ ਆਪ ਦੀ ਪਛਾਣ ਕਰ। ਫਿਰ ਪ੍ਰਾਤਮ ਚੀਨ, ਫਿਰ ਪਰਮਾਤਮਾ ਦੀ ਪਛਾਣ ਕਰ। ਜਦ ਤੱਕ ਸਾਨੂੰ ਆਪਣੀ ਪਛਾਣ ਨਹੀਂ ਹੋਣੀ, ਸਾਨੂੰ ਪਰਮਾਤਮਾ ਦੀ ਨਹੀਂ ਹੋਣੀ। ਆਪਾਂ ਜਿੰਨੇ ਮਰਜ਼ੀ ਸਾਰੇ ਜਣੇ ਕਥਾ ਕਰੀ ਜਾਈਏ, ਬਾਣੀ ਪੜ੍ਹੀ ਜਾਈਏ, ਸੋ ਸੈਲਫ ਰਿਅਲਾਈਜੇਸ਼ਨ ਵੀ ਮੈਂ ਕੌਣ ਆ, ਜਿਹੜਾ ਪਰਮਾਤਮਾ ਦਾ ਅੰਸ਼ ਅਸੀਂ ਕਹਿੰਦੇ ਹਾਂ। ਆਤਮ ਚੀਨ ਦਾ ਮਤਲਬ ਉੱਥੇ ਤੱਕ ਪਹੁੰਚ ਜਾਣਾ, ਉਸ ਰੂਪ ਦੇ ਵਿੱਚ, ਆਪਣੇ ਸਰੂਪ ਦੇ ਵਿੱਚ, ਮਨ ਤੂੰ ਜੋਤ ਸਰੂਪ ਹੈ ਵਿੱਚ ਪਹੁੰਚ ਜਾਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੰਮ ਕਰ ਜਿਹੜਾ ਕਰਨ ਵਾਲਾ। ਤੇ ਪ੍ਰਾਤਮ ਚੀਨ, ਹੁਣ ਕੀ ਕਰ? ਤੂੰ ਪਰਮਾਤਮਾ ਨੂੰ ਵੀ ਚੀਨੋ, ਆਪਣੀ ਪਛਾਣ ਕਰਕੇ ਰੱਬ ਨੂੰ ਜਾਣ। ਗੁਰ ਸੰਗਤ ਇਹ ਨਿਸਤਾਰਾ ਹੈ। ਗੁਰੂ ਦੀ ਸੰਗਤ ਵਿੱਚ ਇਹੀ ਜਿਹੜਾ ਨਿਸਤਾਰਾ ਮਿਲਦਾ, ਇਹੀ ਸਮਝ ਮਿਲਦੀ ਹੈ, ਇਹੀ ਨਿਰਣਾ ਲੈਣ ਦੀ ਤਾਕਤ ਮਿਲਦੀ ਆ ਵੀ ਹੋਰ ਪਾਸੇ ਧਿਆਨ ਨਹੀਂ ਲੈ ਕੇ ਜਾਣਾ, ਆਪਣੇ ਆਪ ਦੀ ਪਛਾਣ ਕਰਨੀ ਔਰ ਪਰਮਾਤਮਾ ਨੂੰ ਮਿਲਣਾ। ਇਹੀ ਕੰਮ ਅਸੀਂ ਕਰਨੇ। ਤੋ ਸੰਗਤ ਜੀ, ਕਿੱਡਾ ਵੱਡਾ ਮਹਾਰਾਜ ਨੇ ਸਾਨੂੰ ਇਹ ਮਾਫ ਕਰਨਾ ਗੁਣ ਸਮਝਾਇਆ, ਇਹ ਬਹੁਤ ਜ਼ਰੂਰੀ ਹੈ। ਔਰ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਬੇਅੰਤ 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 ਸਿੱਖਿਆਵਾਂ ਦਿੱਤੀਆਂ। ਉਹ ਅਸੀਂ ਵਿਚਾਰਾਂ ਕਰਾਂਗੇ। ਥੋੜਾ ਜਿਹਾ ਮੜ ਜੇ ਹੋਰ ਇਤਿਹਾਸ ਦੇ ਦਰਸ਼ਨ ਕਰ ਲਈਏ। ਇੱਥੋਂ ਫਿਰ ਮਹਾਰਾਜ ਜੀ ਸਾਰੀ ਸੰਗਤ ਦੇ ਸਾਹਮਣੇ ਪ੍ਰਗਟ ਹੋ ਗਏ ਜਦੋਂ ਗੁਰੂ ਰੂਪ ਦੇ ਵਿੱਚ। ਫਿਰ ਕੁਝ ਸਮੇਂ ਬਾਅਦ ਗੁਰੂ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਆਉਂਦੇ ਨੇ। ਲੇਕਿਨ ਉੱਥੇ ਵੀ ਜਿਹੜਾ ਹੈ ਬਾਬਾ ਪ੍ਰਿਥਵੀ ਚੰਦ ਦਾ ਪੋਤਾ ਹਰ ਜੀ, ਉਹ ਉੱਥੇ ਸੇਵਾਦਾਰ ਨੇ ਤੇ ਉਹ ਆਪਣਾ ਕਬਜ਼ਾ ਕਰੀ ਬੈਠੇ ਨੇ ਵੀ ਇਹ ਸਾਡਾ ਹੀ ਹੈ ਹਰਿਮੰਦਰ ਸਾਹਿਬ, ਔਰ ਉਹ ਗੁਰੂ ਕਹਾਂਦੇ ਨੇ ਆਪਣੇ ਆਪ ਨੂੰ। ਉਹ ਫਿਰ ਆਪਣੇ ਮਸੰਦਾਂ ਨੂੰ ਕਹਿ ਕੇ ਕਬਾੜ ਨਹੀਂ ਖੋਲਣ ਦਿੰਦੇ, ਦਰਵਾਜ਼ੇ ਬੰਦ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਲਈ ਹਰਿਮੰਦਰ ਸਾਹਿਬ ਦੇ। ਤੋ ਗੁਰੂ ਮਹਾਰਾਜ ਜੀ ਨੇ ਉੱਥੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਫਿਰ ਉੱਥੋਂ ਅੱਗੇ ਪਿੰਡ ਚਲੇ ਗਏ, ਥੜਾ ਸਾਹਿਬ ਜਿੱਥੇ ਅੱਜ ਸਥਾਨ ਹੈ ਨਾ ਅਕਾਲ ਤਖਤ ਸਾਹਿਬ ਦੇ, ਉੱਥੇ ਮਹਾਰਾਜ ਜੀ ਕੁਛ ਸਮਾਂ ਬੈਠੇ, ਫਿਰ ਅੱਗੇ ਚਲੇ ਗਏ। ਅੱਗੇ ਵੱਲੇਵਾਲ ਪਿੰਡ ਵੱਲ ਨੂੰ ਗਏ। ਉੱਥੇ ਫਿਰ ਜਿਹੜੀਆਂ ਉੱਥੋਂ ਦੀਆਂ ਔਰਤਾਂ ਸੀ, ਉਹਨਾਂ ਨੇ ਬੜਾ ਸਤਿਕਾਰ ਕੀਤਾ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦਾ, ਭਾਵਨਾ ਵੀ ਦਿਖਾਈ, ਆਪਣੀ ਸ਼ਰਧਾ ਭਾਵਨਾ ਅਰਪਣ ਕੀਤੀ, ਬਹੁਤ ਮਹਾਰਾਜ ਨੂੰ ਵੈਲਕਮ ਕੀਤਾ। ਇੰਨੇ ਨੂੰ ਬਾਬਾ ਮੱਖਣ ਸ਼ਾਹ ਲਵਾਣਾ ਵੀ ਸਤਿਗੁਰਾਂ ਦੇ ਨਾਲ ਹੀ ਗਏ ਹੋਏ ਸਨ। ਉਹਨਾਂ ਨੇ ਫਿਰ ਇਹ ਜਿਹੜੇ ਮਸੰਦਾਂ ਨੇ ਗਲਤੀ ਕੀਤੀ ਸੀ, ਇਹਨਾਂ ਨੂੰ ਕਿਹਾ ਵੀ ਸਤਿਗੁਰ ਕੋਲ ਜਾ ਕੇ ਤੁਸੀਂ ਆਪਣੀ ਭੁੱਲ ਬਖਸ਼ਾ ਲਓ। ਇਹ ਫਿਰ ਆਪਣੀਆਂ ਭੁੱਲਾਂ ਬਖਸ਼ਾਣ ਜਾਂਦੇ ਨੇ, ਉੱਥੇ ਪਹੁੰਚ ਜਾਂਦੇ ਨੇ ਉਸੇ ਪਿੰਡ। ਉੱਥੇ ਮਹਾਰਾਜ ਜੀ ਕਹਿੰਦੇ ਨੇ ਮਾਈਆਂ ਰੱਬ ਰਜਾਈਆਂ। ਉਹ ਮਾਈਆਂ ਨੂੰ ਇੰਨਾ ਮਹਾਰਾਜ ਜੀ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਇਹ ਰੱਬ ਦੀਆਂ ਰਜਾਈਆਂ, ਮਤਲਬ ਰੱਬ ਵੱਲੋਂ ਤ੍ਰਿਪਤ ਨੇ, ਇੰਨਾ ਮਹਾਰਾਜ ਨੇ ਔਰਤਾਂ ਨੂੰ ਬਖਸ਼ਿਸ਼ ਦਿੱਤੀ। ਔਰ ਫਿਰ ਜਿਹੜਾ ਅਸੀਂ ਕਹਿੰਦੇ ਨਾ ਅੰਮ੍ਰਿਤਸਰੀਏ ਅੰਦਰ ਸੜੀਏ, ਇਹ ਨਹੀਂ ਮਹਾਰਾਜ ਨੇ ਕਿਹਾ ਸੀ, ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਕਿਹਾ। ਆਪਾਂ ਇਵੇਂ ਕਹਿ ਦਿੰਦੇ ਹਾਂ, ਨਹੀਂ, ਮਹਾਰਾਜ ਨੇ ਕਿਹਾ ਸੀ ਨੈ ਮਸੰਦ ਤੁਮ ਅੰਮ੍ਰਿਤਸਰੀਏ। ਐ ਅੰਮ੍ਰਿਤਸਰ ਦੇ ਮਸੰਦੋ ਜਿਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਸੀ, ਉਹਨਾਂ ਨੂੰ ਮਹਾਰਾਜ ਕਹਿੰਦੇ ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਤ੍ਰਿਸ਼ਨਾ ਦੇ ਵਿੱਚ, ਤ੍ਰਿਸ਼ਨਾ ਹੀ ਆ ਨਾ ਵੀ ਸਾਡਾ ਆ, ਅਸੀਂ ਕਬਜ਼ਾ ਕਰੀਏ ਸੰਗਤਾਂ ਦੀ ਭੇਟਾ ਦੇ ਉੱਤੇ, ਇਹਦੇ ਵਿੱਚ ਤੁਸੀਂ ਅੰਦਰ ਆਪਣੇ ਸੜ ਰਹੇ ਹੋ। ਸੋ ਸਾਰੇ ਅੰਮ੍ਰਿਤਸਰੀਆਂ ਨੂੰ ਨਹੀਂ ਕਿਹਾ। ਬਹੁਤ ਵਾਰ ਸਾਨੂੰ ਭੁਲੇਖਾ ਅਸੀਂ ਇਹ ਬੋਲ ਦਿੰਦੇ ਹਾਂ, ਨਹੀਂ ਨਹੀਂ। ਉੱਥੋਂ ਮਹਾਰਾਜ ਜੀ ਫਿਰ ਅੱਗੇ ਸੰਗਤਾਂ ਦਾ ਕਲਿਆਣ ਕਰਦਿਆਂ ਕਰਦਿਆਂ ਫਿਰ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਅਸਾਮ ਪਹੁੰਚਦੇ ਨੇ। ਸੋ ਉੱਥੇ ਰਾਜਾ ਰਾਮ ਸਿੰਘ ਹੈ, ਉਹਨੂੰ ਭੇਜਿਆ ਹੋਇਆ ਔਰੰਗਜ਼ੇਬ ਨੇ।
ਕਿਉਂਕਿ ਅਸਾਮ ਜਿਹੜੀ ਹੈ ਇਹ ਜਾਦੂਗਰਿਆਂ ਦੀ ਨਗਰੀ ਮੰਨੀ ਜਾਂਦੀ ਹੈ, ਔਰ ਔਰੰਗਜ਼ੇਬ ਨੇ ਆਪਣੀ ਡਾਇਰੀ ਵਿੱਚ ਵੀ ਲਿਖੀ ਹੈ ਕਿ ਉਹਨਾਂ ਦੀ ਜਾਦੂ ਕਲਾ ਇੰਨੀ ਮਸ਼ਹੂਰ ਸੀਗੀ ਕਿ ਉਹਨਾਂ ਨੂੰ ਕੋਈ ਜਿੱਤ ਨਹੀਂ ਸੀ ਸਕਦਾ। ਉਹਨਾਂ ਨੂੰ ਉਹ ਜਾਂ ਤਾਂ ਅੰਨੇ ਕਰ ਦਿੰਦੇ ਸਨ ਜਿਹੜਾ ਰਾਜਾ ਉਹਨਾਂ ਤੇ ਅਟੈਕ ਕਰਨ ਜਾਂਦਾ ਸੀ, ਜਾਂ ਉਹਨੂੰ ਮਾਰ ਕੇ ਰੱਖ ਦਿੰਦੇ ਸਨ ਆਪਣੀ ਇਹਨਾਂ ਸ਼ਕਤੀਆਂ ਦੇ ਨਾਲ। ਤੋ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਉੱਧਰ ਜਾਂਦੇ ਨੇ, ਔਰ ਇਹ ਜਿਹੜਾ ਰਾਜਾ ਰਾਮ ਰਾਏ ਆ, ਰਾਜਾ ਰਾਮ ਸਿੰਘ ਆ, ਇਹਨੂੰ ਔਰੰਗਜ਼ੇਬ ਨੇ ਭੇਜਿਆ ਹੋਇਆ, ਕਿਉਂਕਿ ਜਿਹੜਾ ਸ਼ਿਵਾਜੀ ਮਰਾਠਾ ਸੀ ਉਹ ਇਹਦੀ ਕੈਦ ਦੇ ਵਿੱਚੋਂ ਭੱਜ ਗਏ ਸਨ, ਰਾਜਾ ਰਾਮ ਰਾਏ ਦੀ। ਤੋ ਔਰੰਗਜ਼ੇਬ ਨੇ ਵੀ ਤੈਨੂੰ ਮੌਤ ਦੀ ਸਜ਼ਾ ਨਹੀਂ ਤਾਂ ਮਿਲਣੀ ਆ, ਕਿਉਂ ਤੇਰੀ ਜੇਲ੍ਹ ਦੇ ਵਿੱਚੋਂ ਭੱਜੇ ਨੇ, ਤੇ ਉਹ ਤੇਰੀ ਅਗਰ ਸਜ਼ਾ ਤਾਂ ਬਖਸ਼ੀ ਜਾਵੇਗੀ ਜੇ ਤੂੰ ਉੱਥੇ ਜਿਹੜਾ ਅਸਾਮ ਨੂੰ ਫਤਿਹ ਕਰਕੇ ਆਵੇਂਗਾ। ਸੋ ਔਰੰਗਜ਼ੇਬ ਦੀ ਚਾਲ ਵੀ ਉਹ ਮਾਰਿਆ ਜਾਣਾ, ਉੱਥੇ ਇਹਨੂੰ ਸਜ਼ਾ ਵੀ ਮਿਲ ਜਾਣੀ ਹੈ, ਤੇ ਉੱਥੇ ਅਸਾਮ ਤੇ ਵੀ ਜੇ ਅਗਰ ਇਹ ਜਿੱਤ ਗਿਆ ਤਾਂ ਅਸਾਮ ਤੇ ਵੀ ਮੇਰਾ ਕਬਜ਼ਾ ਆ ਜਾਊਗਾ, ਕਬਜ਼ਾ ਹੋ ਜਾਊਗਾ। ਜੇ ਮਾਰਿਆ ਗਿਆ ਤਾਂ ਰਾਜਪੂਤਾਨੇ ਤੇ ਮੇਰਾ ਕਬਜ਼ਾ ਹੋ ਜਾਊਗਾ। ਸੋ ਉੱਥੇ ਫਿਰ ਇਹ ਹੁਣ ਬਹੁਤ ਚਲਾ ਤਾਂ ਗਿਆ, ਡਰਦਾ ਬਹੁਤ ਹੈ। ਉੱਥੇ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਢਾਕੇ ਵਿੱਚ ਨੇ, ਤਾਂ ਇਹ ਮਹਾਰਾਜ ਦੇ ਚਰਨਾਂ ਵਿੱਚ ਜਾਂਦਾ, ਇਹਨੂੰ ਪਤਾ ਲੱਗਦਾ ਹੈ ਗੁਰੂ ਨਾਨਕ ਦੀ ਜੋਤ ਕਿੱਥੇ ਹੈ। ਇਹ ਫਿਰ ਜਾ ਕੇ ਬੇਨਤੀ ਕਰਦਾ ਕਿ ਮਹਾਰਾਜ ਜੀ, ਇੱਕ ਪਾਸੇ ਮੈਨੂੰ ਔਰੰਗਜ਼ੇਬ ਤੋਂ ਡਰ, ਦੂਸਰੇ ਪਾਸੇ ਇਹਨਾਂ ਜਾਦੂਗਰਾਂ ਤੋਂ ਡਰ, ਮੇਰੀ ਰੱਖਿਆ ਕਰੋ। ਔਰ ਤੁਸੀਂ ਇਹ ਦੇਖੋ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦਾ ਕਿੰਨਾ ਉੱਚਾ ਰੁਤਬਾ ਹੋਵੇਗਾ, ਕਿੰਨੀ ਮਤਲਬ ਮਹਾਰਾਜ ਜੀ ਬਖਸ਼ਿਸ਼ਾਂ ਦੇ ਮਾਲਕ ਹੋਣਗੇ। ਦੋਨਾਂ ਦੀ ਲੜਾਈ ਨਹੀਂ ਹੋਣ ਦਿੱਤੀ, ਉਧਰੋਂ ਅਸਾਮ ਦੇ ਰਾਜੇ ਦੀ, ਇਧਰੋਂ ਇਹ ਜਿਹੜਾ ਰਾਜਾ ਰਾਮ ਸਿੰਘ ਹੈ, ਦੋਨਾਂ ਦੀ ਆਪਸ ਵਿੱਚ ਸੁਲ੍ਹਾ ਕਰਾ ਦਿੱਤੀ, ਲੜਾਈ ਟਲ ਗਈ, ਔਰ ਦੋਨੋਂ ਬੜੇ ਖੁਸ਼ ਨੇ। ਉਹ ਜਾਦੂਗਰਾਂ ਦੀ ਨਗਰੀ ਵਾਲੇ ਵੀ, ਇਹ ਵੀ ਬੜੇ ਖੁਸ਼ ਨੇ ਵੀ ਸਾਡਾ ਬਿਨਾਂ ਕੋਈ ਨੁਕਸਾਨ ਹੋਇਆ, ਸਾਡੀ ਆਪਸ ਵਿੱਚ ਸੁਲ੍ਹਾ ਹੋ ਗਏ। ਉੱਥੇ ਫਿਰ ਇਹ ਕਹਿੰਦੇ ਨੇ ਮਹਾਰਾਜ ਜੀ ਸਾਨੂੰ ਸੇਵਾ ਬਖਸ਼ੋ, ਸਾਡੇ ਤੇ ਇੰਨੇ ਖੂਨ ਬਹਿਣੇ ਸੀ, ਇੰਨਾ ਕੁਛ ਹੋਣਾ ਸੀ, ਤੇ ਸਾਨੂੰ ਸੇਵਾ ਬਖਸ਼ੋ। ਮਹਾਰਾਜ ਜੀ ਫਿਰ ਉੱਥੇ ਨਾ ਖੰਡਾ ਕੱਢਦੇ ਨੇ, ਦੋਨਾਂ ਦੀ ਨਾਲੇ ਸੀਮਾ ਨਿਸ਼ਚਿਤ ਕਰ ਦਿੰਦੇ ਨੇ, ਹੱਦਬੰਦੀ ਕਰ ਦਿੰਦੇ ਨੇ, ਇਹ ਤੁਹਾਡਾ ਰਾਜ ਤੇ ਤੁਹਾਡਾ ਰਾਜ। ਉੱਥੇ ਮਹਾਰਾਜ ਜੀ ਖੰਡਾ ਕੱਢਦੇ ਨੇ, ਔਰ ਫਿਰ ਕਹਿੰਦੇ ਨੇ ਇੱਥੇ ਤੁਸੀਂ ਧਰਮਸ਼ਾਲਾ ਬਣਾਓ, ਜਿੱਥੇ ਕਿ ਅੱਜ ਗੁਰਦੁਆਰਾ ਹੈ ਧੋਗੜੀ ਸਾਹਿਬ। ਉਹ ਪਹਿਲੀ ਵਾਰ ਅਸਾਮ ਦੇ ਵਿੱਚ ਉਹ ਧਰਮਸ਼ਾਲਾ ਬਣੀ ਸੀ, ਅੱਜ ਗੁਰਦੁਆਰਾ ਸਾਹਿਬ ਹੈ। ਸੋ ਉੱਥੇ ਵੀ ਮਹਾਰਾਜ ਜੀ ਮਤਲਬ ਸੁਲਾਹ ਕਰਾ ਕੇ ਆ ਜਾਂਦੇ ਨੇ। ਔਰ ਉੱਥੇ ਜਦੋਂ ਨੇ ਤਾਂ ਫਿਰ ਸੁਨੇਹਾ ਮਿਲਦਾ ਕਿ ਸਾਹਿਬਜ਼ਾਦੇ ਦਾ ਆਗਮਨ ਹੋ ਗਿਆ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ। ਮਹਾਰਾਜ ਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਕੋਲ ਸੁਨੇਹਾ ਭੇਜਦੇ ਨੇ ਕਿ ਉਹਨਾਂ ਦਾ ਨਾਮ ਜਿਹੜਾ ਗੋਬਿੰਦ ਰਾਏ ਰੱਖਣਾ ਹੈ। ਸੋ ਸਾਰਾ ਦੱਸਦੇ ਨੇ ਕਿਵੇਂ। ਔਰ 5 ਸਾਲ ਦੇ ਜਦੋਂ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਫਿਰ ਮਹਾਰਾਜ ਜੀ ਉੱਥੇ ਪਹੁੰਚਦੇ ਨੇ ਪਟਨਾ ਸਾਹਿਬ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ। ਔਰ ਸ਼ਾਦੀशुदा ਜੀਵਨ ਦੇ ਤਕਰੀਬਨ 34-35 ਸਾਲਾਂ ਬਾਅਦ ਘਰ ਵਿੱਚ ਪੁੱਤਰ ਦਾ ਆਗਮਨ ਹੋਇਆ। ਲੇਕਿਨ ਮਹਾਰਾਜ ਜੀ ਸੰਸਾਰ ਦੇ ਕਲਿਆਣ ਵਿੱਚ ਹੀ ਨੇ, ਤਾਂ ਵੀ 5 ਸਾਲਾਂ ਬਾਅਦ ਆਏ ਨੇ। ਇਹ ਦੇਖੋ ਕਿ ਕਿੰਨਾ ਕੁ ਅੰਦਰੋਂ ਤਿਆਗ ਹੋਏਗਾ ਮਹਾਰਾਜ ਜੀ ਨੇ, ਔਰ ਕਿੰਨਾ ਕੁ ਮਾਨਵਤਾ ਦਾ ਪ੍ਰੇਮ ਹੋਵੇਗਾ। ਔਰ ਅਸੀਂ ਦੇਖੋ ਅਸੀਂ ਕਿਵੇਂ ਨਾਲ ਚੰਬੜੇ ਰਹਿੰਦੇ ਹਾਂ ਕਿਉਂਕਿ ਉਹਨੇ ਚ ਅਸੀਂ ਫਸੇ ਹੋਏ ਹਾਂ ਨਾ, ਮੋਹ ਮਾਇਆ ਦੇ ਵਿੱਚ ਫਸੇ ਹੋਏ ਹਾਂ। ਜੋ ਸਤਿਗੁਰੂ ਕੋਲੋਂ ਅਸੀਸਾਂ ਮੰਗਾਂਗੇ ਮਹਾਰਾਜ ਜੀ ਸਾਡੀ ਵੀ ਪਕੜ ਜਿਹੜੀ ਹੈ ਛੁੱਟੇ, ਸਾਡੀ ਵੀ ਸਿਰਫ ਲਿਵ ਪਰਮਾਤਮਾ ਦੇ ਨਾਲ ਜੁੜੇ ਮੰਗਣੀਆਂ ਅੱਜ ਅਸੀਂ ਅਸੀਸਾਂ ਸਾਰਿਆਂ ਨੇ, ਕਿਉਂਕਿ ਇੱਥੇ ਹੀ ਅਸੀਂ ਉਲਝੇ ਵਾਰ-ਵਾਰ ਜੰਮੀ ਜਾਂਦੇ ਮਰੀ ਜਾਂਦੇ। ਤੋ ਫਿਰ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਇੱਥੋਂ ਫਿਰ ਅਨੰਦਪੁਰ ਸਾਹਿਬ ਜੀ ਜਾਂਦੇ ਨੇ ਸੰਗਤਾਂ ਦਾ ਕਲਿਆਣ ਕਰਦੇ ਕਰਦੇ। ਸੋ ਉੱਥੇ ਹਲੇ ਇਹ ਅਨੰਦਪੁਰ ਸਾਹਿਬ ਨਹੀਂ ਵਸਿਆ, ਉਹ ਨਗਰ ਨਹੀਂ ਵਸਿਆ, ਮਤਲਬ ਉਸ ਏਰੀਆ ਵਿੱਚ ਉੱਧਰ ਜਾਂਦੇ ਨੇ। ਉੱਥੇ ਫਿਰ ਰਾਜਾ ਹੈ ਤਾਰਾ ਚੰਦ, ਉਹਦੇ ਪੁੱਤਰ ਦੀਪ ਚੰਦ ਦਾ ਜਿਹੜਾ ਮੌਤ ਦਾ ਭੋਗ ਹੈ। ਉੱਥੋਂ ਦੀ ਰਾਣੀ ਜਿਹੜੀ ਹੈ ਉਹ ਦੀਪ ਚੰਦ ਦੀ ਰਾਣੀ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇਨਵਾਈਟ ਕਰਦੀ ਹੈ, ਸੱਦਾ ਪੱਤਰ ਭੇਜਦੀ ਹੈ ਕਿ ਮੇਰੇ ਪਤੀ ਦੇ ਭੋਗ ਤੇ ਤੁਸੀਂ ਆਓ। ਗੁਰੂ ਮਹਾਰਾਜ ਜੀ ਜਾਂਦੇ ਨੇ, ਔਰ ਫਿਰ ਉਹ ਕਹਿੰਦੀ ਹੈ ਕਿ ਮਹਾਰਾਜ ਜੀ ਤੁਸੀਂ ਇੱਥੇ ਨਗਰ ਵਸਾਓ, ਸਾਡਾ ਵੀ ਕਲਿਆਣ ਹੋਵੇਗਾ ਔਰ ਸੰਗਤਾਂ ਦਾ ਵੀ ਇੱਥੇ ਕਲਿਆਣ ਹੋਵੇਗਾ। ਕਿਉਂਕਿ ਇਹ ਜਿਹੜਾ ਰਾਜਾ ਤਾਰਾ ਚੰਦ ਸੀ, ਇਹਨੂੰ ਮਹਾਰਾਜ ਜੀ 6ਵੇਂ ਪਾਤਸ਼ਾਹੀ ਜਿਹੜੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦ ਵਿੱਚੋਂ ਛੁਡਾ ਕੇ ਲੈ ਕੇ ਆਏ ਸਨ। ਸੋ ਇਹ ਘਰ ਗੁਰੂ ਨਾਨਕ ਦਾ ਰਿਣੀ ਵੀ ਸੀ ਔਰ ਭਾਵਨਾ ਵਾਲਾ ਵੀ ਸੀ। ਮਹਾਰਾਜ ਨੇ ਰਾਣੀ ਨੂੰ ਕਿਹਾ ਤੇਰਾ ਭਾਵ ਬਹੁਤ ਅੱਛਾ ਹੈ। ਉਹਨੇ ਕਿਹਾ ਸਾਰੀ ਜਿੰਨੀ ਵੀ ਤੁਸੀਂ ਜਗ੍ਹਾ ਵਿੱਚ ਬਣਾਉਣਾ ਚਾਹੁੰਦੇ ਹੋ ਨਗਰ, ਉਹ ਸਾਰੀ ਮੈਂ ਜਿਹੜੀ ਹੈ ਭੇਟਾ ਕਰਾਂਗੇ। ਮਹਾਰਾਜ ਨੇ ਕਿਹਾ ਰਾਣੀ ਤੇਰਾ ਭਾਵ ਅੱਛਾ ਹੈ, ਤੇਰੇ ਭਾਵ ਨੂੰ ਫਲ ਜ਼ਰੂਰ ਲੱਗਣਗੇ, ਲੇਕਿਨ ਅਸੀਂ ਨਗਰ ਇੱਥੇ ਵਸਾਣਾ ਹੈ, ਤੇਰੀ ਭਾਵਨਾ ਮਨਜ਼ੂਰ ਹੋਈ, ਪਰ ਇਹ ਪੈਸੇ ਦੇ ਕੇ, ਕਿਉਂਕਿ ਅੱਜ ਤੇਰਾ ਭਾਵ ਹੈ, ਕੱਲ ਨੂੰ ਤੁਹਾਡੇ ਖਾਨਦਾਨ ਵਾਲੇ ਉੱਠ ਕੇ ਦਾਵਾ ਕਰਨ ਲੱਗ ਜਾਣਗੇ ਸਾਡੀਆਂ ਜ਼ਮੀਨਾਂ ਨੇ। ਫਿਰ ਉੱਥੇ ਜੋ ਹੈ 500 ਰੁਪਇਆ ਉਸ ਵਕਤ ਦਾ, ਉਹ ਲਿਖਤਾਂ ਵੀ ਨੇ ਸਿੱਖਾਂ ਦੇ ਕੋਲ ਸਾਂਭੀਆਂ ਹੋਈਆਂ ਕੌਮ ਦੇ ਕੋਲ, ਉਹ ਦੇ ਕੇ ਫਿਰ ਜਿਹੜੀ ਮਹਾਰਾਜ ਨੇ ਜਗ੍ਹਾ ਖਰੀਦੀ ਸੀ, ਔਰ ਆਪਣੇ ਮਾਤਾ ਜੀ ਦੇ ਨਾਮ ਦੇ ਉੱਤੇ ਉਸ ਸਥਾਨ ਦਾ ਨਾਮ ਰੱਖਿਆ ਸੀ ਨਾਨਕੀ ਚੱਕ।
ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ। ਉਹ ਬਾਅਦ ਵਿੱਚ ਰੋ ਆਨੰਦਪੁਰ ਸਾਹਿਬ ਜਿਹੜਾ ਉਹ ਬਣਿਆ, ਨਾਮ ਦਿੱਤਾ ਗਿਆ। ਉੱਥੇ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਹੁਣ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੁਸ਼ੋਭਿਤ, ਤੇ ਜਿਵੇਂ ਉਹ ਆਏ ਕਸ਼ਮੀਰ ਤੋਂ ਪੰਡਿਤ, ਇਹ ਸਾਨੂੰ ਸਾਰਿਆਂ ਨੂੰ ਇਤਿਹਾਸ ਪਤਾ। ਮਹਾਰਾਜ ਜੀ ਫਿਰ ਉਹਨਾਂ ਦੀ ਖਾਤਰ ਜਿਹੜਾ ਹੈ ਧਰਮ ਦੀ ਰੱਖਿਆ ਦੀ ਖਾਤਰ, ਅਗਰ ਮੁਸਲਮਾਨ ਆ ਜਾਂਦੇ ਮਹਾਰਾਜ ਨੇ ਉਹਨਾਂ ਨੂੰ ਬਚਾਉਣ ਚੱਲ ਜਾਣਾ ਸੀ, ਕੋਈ ਵੀ ਆ ਜਾਂਦਾ ਸਤਿਗੁਰ ਦੀ ਸ਼ਰਨ ਦੇ ਵਿੱਚ। ਤਾਂ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਂਕ ਵਿੱਚ ਜਾਂਦੇ ਨੇ ਆਪਣੇ ਸਿੱਖਾਂ ਦੇ ਨਾਲ, ਪਹਿਲਾਂ ਸਿੱਖਾਂ ਦੀਆਂ ਸ਼ਹੀਦੀਆਂ, ਫਿਰ ਮਹਾਰਾਜ ਜੀ ਆਪਣੀ ਸ਼ਹਾਦਤ ਦਿੰਦੇ ਨੇ। ਉਹ ਵਿਦਵਾਨ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਹਿੰਦੂ ਮੰਦਿਰਾਂ ਵਿੱਚ ਜੋ ਜੋਤਾਂ ਜਗ ਰਹੀਆਂ ਨੇ, ਇਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਖੂਨ ਦੀਆਂ ਜੋਤਾਂ ਹੀ ਜਗ ਰਹੀਆਂ ਨੇ। ਸਤਿਗੁਰ ਆਪਣੀ ਸ਼ਹਾਦਤ ਨਾ ਦਿੰਦੇ, ਅੱਜ ਕਿਸੇ ਨੇ ਜਨੇਊ ਨਹੀਂ ਸੀ ਪਹਿਨ ਪਾਣਾ, ਕਿਸੇ ਨੇ ਤਿਲਕ ਨਹੀਂ ਸੀ ਲਗਾ ਪਾਣਾ, ਕਿਸੇ ਨੇ ਧੋਤੀ ਨਹੀਂ ਸੀ ਪਹਿਨ ਪਾਣੀ, ਕਿਸੇ ਦੀ ਗੋਦੀ ਵੀ ਨਹੀਂ ਸੀ ਰੱਖੀ ਜਾ ਪਾਣੀ। ਸੋ ਇਉਂ ਕਹਿ ਲਈਏ ਕਿ ਸਾਰੇ ਦੇ ਸਾਰੇ ਧਰਮਾਂ ਦੀ ਰੱਖਿਆ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੀਤੀ, ਆਪਣੀ ਸ਼ਹਾਦਤ ਦੇ ਕੇ, ਆਪਣੀ ਕੁਰਬਾਨੀ ਦੇ ਕੇ। ਸਤਿਗੁਰਾਂ ਦਾ ਜੀਵਨ ਅਗਾਧ ਬੋਧ ਹੈ, ਬੇਅੰਤ ਸਤਿਗੁਰਾਂ ਦੀਆਂ ਸਿੱਖਾਂ ਦੇ ਨਾਲ ਸਾਖੀਆਂ ਨੇ, ਘਟਨਾਵਾਂ ਨੇ, ਔਰ ਕਿੰਨਿਆਂ ਦਾ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇਖੋ, ਉਹ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਨੇ। ਮਹਾਰਾਜ ਜੀ ਉਹਨਾਂ ਨੂੰ ਕਿੰਨੇ ਉਚਾਈਆਂ ਦੇ ਉੱਤੇ ਲੈ ਗਏ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਜੰਗੇ ਮੈਦਾਨ ਦੇ ਵਿੱਚ ਵੀ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਨੇ। ਇਹ ਕਿਹੜਾ ਗੁਣ ਮਹਾਰਾਜ ਜੀ ਪਾ ਦਿੰਦੇ ਨੇ ਅੰਦਰ, ਮਤਲਬ ਸਾਰਿਆਂ ਵਿੱਚ ਇੱਕੋ ਹੀ ਜੋਤ ਦਿਸਣ ਲੱਗ ਜਾਂਦੀ ਹੈ। ਆਪਣੇ ਸਿੱਖਾਂ ਨੂੰ ਮਾਰੇ ਨੇ, ਇੰਨੀਆਂ ਉੱਚੀਆਂ ਅਵਸਥਾਵਾਂ ਬਖਸ਼ੀਆਂ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ। ਅਗਰ ਜੰਗੇ ਮੈਦਾਨ ਵਿੱਚ ਭਾਈ ਮੁਗਲੂ ਜੀ 6ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਜੀ, ਵੀ ਮਹਾਰਾਜ ਕਹਿੰਦੇ ਸਿੱਖਾਂ ਮੰਗ ਤੂੰ ਬੜਾ ਜੁਝਾਰੂ ਹੋ ਕੇ ਜੂਝਿਆ, ਤੇ ਹਲੇ ਤੇਰਾ ਜੀਵਨ ਕਾਲ ਹੈ, ਤੈਨੂੰ ਖੁਸ਼ੀਆਂ ਦੇਣਾ ਚਾਹੁੰਦੇ ਆ, ਤੂੰ ਮੰਗ ਕੀ ਮੰਗਦਾ? ਤਾਂ ਭਾਈ ਮੁਗਲੂ ਜੀ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਜਦੋਂ ਮੇਰਾ ਅੰਤਿਮ ਸਮਾਂ ਆਵੇ ਤੁਸੀਂ ਸੰਭਾਲਿਓ ਮੇਰਾ ਅੰਤਿਮ ਸਮਾਂ, ਤੁਹਾਡੀ ਗੋਦੀ 'ਚ ਮੇਰਾ ਅੰਤਿਮ ਸਮਾਂ ਨਿਕਲੇ। ਤਾਂ ਹੁਣ ਸਤਿਗੁਰੂ 6ਵੇਂ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਮੁਗਲੂ ਤੋਂ ਕੁਛ ਹੋਰ ਮੰਗ। ਕਹਿੰਦੇ ਨਾ ਮਹਾਰਾਜ ਜੀ। ਮਹਾਰਾਜ ਕਹਿੰਦੇ ਤੂੰ ਦੀਨ ਦੁਨੀਆ ਦਾ ਰਾਜ ਮੰਗ। ਨਾ ਮਹਾਰਾਜ ਜੀ, ਕੁਛ ਨਹੀਂ, ਨਾ ਰਾਜ ਨਾ ਭਾਗ, ਤੇਰੇ ਖਾਨਦਾਨ ਨੂੰ ਆ ਕਰਦੀ ਨਹੀਂ ਮਹਾਰਾਜ ਜੀ, ਕੁਛ ਨਹੀਂ ਚਾਹੀਦਾ, ਬਸ ਮੇਰਾ ਅੰਤਿਮ ਸਵਾਸ ਤੁਹਾਡੇ ਚਰਨਾਂ 'ਚ ਨਿਕਲੇ। ਮਹਾਰਾਜ ਤੁਹਾਡੇ ਸਾਹਮਣੇ ਮੈਨੂੰ ਦਰਸ਼ਨ ਹੋਣ ਜਦੋਂ ਮੇਰੇ ਅੰਤਿਮ ਸਵਾਸ ਨਿਕਲਣ। ਸਤਿਗੁਰਾਂ ਨੇ ਕਿਹਾ ਭਾਈ ਮੁਗਲੂ ਜੀ, ਅਸੀਂ ਤਾਂ ਪਹਿਲਾਂ ਹੀ ਚੋਲਾ ਤਿਆਗ ਦੇਣਾ, ਔਰ ਤੁਸੀਂ ਤਾਂ ਸਾਡੇ ਤੋਂ ਬਾਅਦ ਕਾਫੀ ਲੰਬਾ ਇਸ ਧਰਤੀ ਦੇ ਉੱਤੇ ਰਹਿਣਾ, ਤੂੰ ਕੁਛ ਹੋਰ ਮੰਗ ਲਾ। ਮਹਾਰਾਜ ਉਹ ਕਹਿੰਦੇ, ਸਿੱਖ ਕਹਿੰਦਾ ਨਹੀਂ ਮਹਾਰਾਜ ਜੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਬਸ ਤੁਹਾਡੇ ਚਰਨਾਂ ਦੀ ਪ੍ਰੀਤ, ਮੈਂ ਤੁਹਾਡੇ ਦਰਸ਼ਨ ਕਰਦਿਆਂ ਮੇਰੇ ਸਵਾਸ ਨਿਕਲਣ। ਫਿਰ ਮਹਾਰਾਜ ਨੇ ਵਾਅਦਾ ਕਰ ਦਿੱਤਾ, ਚੰਗਾ ਭਾਈ, ਫਿਰ 9ਵੇਂ ਜੰਮੇ ਵਿੱਚ ਆਵਾਂਗੇ, ਅਸੀਂ ਤਾਂ ਚੋਲਾ ਤਿਆਗ ਦੇਣਾ। ਫਿਰ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਭਾਈ ਮੁਗਲੂ ਜੀ ਦਾ ਅੰਤਿਮ ਸਮਾਂ ਸੰਭਾਲਣ ਲਈ ਖੁਦ ਚੱਲ ਕੇ ਗਏ ਨੇ। ਇਹ ਹੈ ਗੁਰੂ ਨਾਨਕ ਦਾ ਘਰ, ਇੰਨੀਆਂ ਮਹਿਮਾ, ਇੰਨੀਆਂ ਬਖਸ਼ਿਸ਼ਾਂ। ਜਿੱਥੇ ਜਿੱਥੇ ਵੀ ਸਤਿਗੁਰਾਂ ਨੂੰ ਕੋਈ ਯਾਦ ਕਰਦਾ, ਸਤਿਗੁਰ ਉੱਥੇ ਬੌੜੀ ਕਰਦੇ ਨੇ, ਸਾਰੀਆਂ ਬਰਕਤਾਂ ਵੀ ਪਾਉਂਦੇ ਨੇ, ਲੋਕ ਦੇ ਸੁੱਖ ਵੀ ਦਿੰਦੇ ਨੇ, ਪਰ ਲੋਕ ਦੇ ਸੁੱਖ ਵੀ ਦਿੰਦੇ ਨੇ। ਹੁਣ ਸੰਗਤ ਜੀ ਅਸੀਂ ਜਿਹੜਾ ਹੈ ਵਿਚਾਰਾਂ ਕਰੀਏ, ਸਤਿਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿਹੜੇ ਸਾਨੂੰ ਇਲਾਹੀ ਉਪਦੇਸ਼ ਦਿੱਤੇ ਨੇ। ਸੋ ਸਤਿਗੁਰਾਂ ਦੇ ਉਹ ਕਿਉਂਕਿ ਬਾਣੀ ਵਿੱਚ ਹੀ ਨੇ ਮਹਾਰਾਜ ਜੀ, ਅੱਜ ਵੀ ਸਾਡੇ ਕੋਲ ਨੇ। ਸੋ ਕੀ ਮਹਾਰਾਜ ਜੀ ਕੀ ਕਹਿੰਦੇ ਨੇ? ਮਹਾਰਾਜ ਸਭ ਤੋਂ ਪਹਿਲਾਂ ਸਾਨੂੰ ਬਾਣੀ ਵਿੱਚ ਅਲਰਟ ਕਰਦੇ ਨੇ। ਮਹਾਰਾਜ ਕਹਿੰਦੇ ਤੂੰ ਗੋਬਿੰਦ ਦੇ ਗੁਣ ਗਾਏ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀ, ਤੇਰਾ ਜਨਮ ਜਿਹੜਾ ਬਿਰਥਾ ਹੀ ਜਾ ਰਿਹਾ। ਕੌਣ ਨਾਨਕ ਭਜ ਹਰਮਨਾ, ਜਿਹੇ ਬਿਦ ਜਲ ਕੋ ਮੀਨ। ਐ ਮੇਰੇ ਮਨ, ਤੂੰ ਪਰਮਾਤਮਾ ਨੂੰ ਯਾਦ ਕਰ, ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਵੇਂ ਹੀ ਤੂੰ ਰਹਿ। ਇਹ ਸਾਡੀ ਅਵਸਥਾ ਨਹੀਂ, ਕਿਉਂਕਿ ਅਸੀਂ ਮੈਲੇ ਬਹੁਤ ਹਾਂ। ਅੱਜ ਬਾਣੀ ਵਿੱਚੋਂ ਮਾਰੇ ਨੇ ਸਾਡੀਆਂ ਮੈਲਾਂ ਕੱਢਣੀਆਂ। ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀ, ਸਾਡਾ ਵੀ ਇੰਨਾ ਹੀ ਪ੍ਰੇਮ ਹੋ ਜਾਵੇ, ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਅਸੀਂ ਵੀ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਨਾ ਰਹਿ ਪਾਈਏ। ਮਹਾਰਾਜ ਕਹਿੰਦੇ ਨਰ ਅਚੇਤ ਪਾਪ ਤੇ ਡਰੇ। ਇੱਕ ਤਾਂ ਅਸੀਂ ਪ੍ਰੈਕਟੀਕਲ ਕਰ ਲੈਂਦੇ ਹਾਂ ਪਾਪ ਕਰਮ, ਬੁਰੇ ਕਰਮ। ਹੁਣ ਇੱਥੇ ਮਹਾਰਾਜ ਜੀ ਕਹਿੰਦੇ ਨੇ ਅਚੇਤ ਪਾਪ ਤੋਂ ਵੀ ਡਰ ਜਾ। ਜਿਹੜੇ ਜਨਮ ਦੇ ਅੰਦਰ ਮੈਲਾਂ ਪਈਆਂ ਨਾ, ਉਹ ਸੁਭਾਅ ਬਣੇ ਆ, ਅਸੀਂ ਕਰਨਾ ਨਹੀਂ ਚਾਹੁੰਦੇ, ਫਿਰ ਹੋ ਜਾਂਦਾ। ਮਹਾਰਾਜ ਕਹਿੰਦੇ ਉੱਤੋਂ ਵੀ ਡਰ। ਇਹਦਾ ਮਤਲਬ ਹੈ ਆਪਣੇ ਅਚੇਤ ਮਨ ਨੂੰ ਵੀ ਸਾਫ਼ ਕਰ, ਫਿਰ ਤਾਂ ਹੀ ਨਹੀਂ ਫਿਰ ਪਾਪ ਕਰ ਪਾਵਾਂਗੇ। ਸੋ ਮਹਾਰਾਜ ਹੋਰ ਗੁਰੂ ਮਹਾਰਾਜ ਜੀ ਸਾਨੂੰ ਬਚਨ ਦਿੰਦੇ ਨੇ, ਭੈ ਕਾਊ ਕੋ ਦੇਤ ਨੇ ਨਹਿ ਭੈ ਮਾਨਤ ਆਨ। ਨਾ ਤੁਸੀਂ ਕਿਸੇ ਤੋਂ ਡਰਨਾ, ਔਰ ਨਾ ਕਿਸੇ ਨੂੰ ਡਰਾਣਾ, ਕਿਸੇ ਨੂੰ ਡਰ ਦੇਣਾ ਵੀ ਨਹੀਂ। ਕਿਸੇ ਤੇ ਆਪਾਂ ਡਰ ਦਿੰਦੇ ਨਾ ਦੂਸਰੇ ਨੂੰ, ਉਹ ਵੀ ਨਹੀਂ ਦੇਣਾ।
ਉਹ ਕਿਸੇ ਤੋਂ ਡਰਨਾ ਵੀ ਨਹੀਂ। ਹੁਣ ਇਹ ਡਰਨਾ ਨਹੀਂ ਦਾ ਮਤਲਬ ਇਹ ਨਹੀਂ ਵੀ ਅਸੀਂ ਜ਼ੁਲਮ ਕਰਨਾ ਜਾਂ ਰੋਹਬ 'ਚ ਰਹਿਣਾ ਜਾਂ ਹੰਕਾਰ ਵਿੱਚ ਰਹਿਣਾ, ਨਹੀਂ, ਇੱਕ ਹਾਰਮਨੀ ਦੇ ਨਾਲ ਰਹਿਣਾ, ਸਾਰਿਆਂ ਦੇ ਨਾਲ ਇੱਕ ਪ੍ਰੇਮ ਦੇ ਭਾਵ ਦੇ ਨਾਲ ਰਹਿਣਾ। ਮਹਾਰਾਜ ਕਹਿੰਦੇ ਜਿਹਦੀ ਅਵਸਥਾ ਇਹੋ ਜਿਹੀ ਹੈ, ਨਾ ਕਿਸੇ ਤੋਂ ਡਰਦਾ ਤੇ ਨਾ ਹੀ ਕਿਸੇ ਨੂੰ ਡਰਾਉਂਦਾ। ਸਾਨੂੰ ਤਾਂ ਕਿੰਨੇ ਡਰ ਨੇ, ਮੌਤ ਦਾ ਡਰ, ਆ ਪੈਸਾ ਨਾ ਚੱਲ ਜਾਵੇ, ਜੋਬ ਨਾ ਚੱਲ ਜਾਵੇ, ਇਹ ਸਾਰੇ ਡਰ ਨੇ। ਇਕੱਲਾ ਇਹ ਥੋੜੀ ਬੰਦੇ ਤੋਂ, ਕਿਸੇ ਵੀ ਚੀਜ਼ ਤੋਂ ਨਹੀਂ ਡਰਨਾ। ਮਹਾਰਾਜ ਜੀ ਕਹਿੰਦੇ ਨਾ ਆਪਣੇ ਬੁਢਾਪੇ ਤੋਂ, ਨਾ ਮੈਨੂੰ ਨਿਆਣੇ ਪੁੱਛਣਗੇ ਕਿ ਨਹੀਂ ਪੁੱਛਣਗੇ, ਇਹ ਸਾਰੇ ਡਰਾਂ ਨੇ ਸਾਨੂੰ ਫੜਿਆ ਹੋਇਆ। ਮਹਾਰਾਜ ਕਹਿੰਦੇ ਜਿਹੜਾ ਕਿਸੇ ਤੋਂ ਵੀ ਨਹੀਂ ਡਰਦਾ ਔਰ ਕਿਸੇ ਨੂੰ ਵੀ ਨਹੀਂ ਡਰਾਉਂਦਾ, ਉਹ ਕਹੋ ਨਾਨਕ ਸੁਣ ਰੇਮਨਾ ਗਿਆਨੀ ਤਾਹੇ ਬਖਾਨ, ਉਹ ਗਿਆਨੀ ਹੈ। ਆਪਾਂ ਗਿਆਨ ਪੜ੍ਹਨ ਵਾਲੇ ਗਿਆਨੀ ਨਹੀਂ, ਇਸ ਅਵਸਥਾ ਵਿੱਚ ਜਿਹੜਾ ਪਹੁੰਚ ਜਾਂਦਾ ਉਹ ਗਿਆਨੀ ਹੈ। ਸਾਰੇ ਅਸੀਂ ਦੇਖ ਲਓ ਫਿਰ ਅਗਿਆਨੀ ਹੋਏ ਅਸੀਂ ਤਾਂ ਸਾਰੇ, ਅਸੀਂ ਡਰਦੇ ਵੀ ਹਾਂ, ਡਰਾਉਂਦੇ ਵੀ ਹਾਂ। ਇੱਥੇ ਪਹੁੰਚਣਾ ਹੈ ਮਹਾਰਾਜ ਦੇ ਵਚਨ ਨੇ। ਹੁਣ ਯਾਦ ਰੱਖਾਂਗੇ, ਕੋਈ ਡਰ ਸਾਨੂੰ ਸਤਾਵੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕੋਈ ਕਿਸੇ ਤੋਂ ਨਹੀਂ ਡਰਨਾ, ਨਾ ਮੌਤ ਤੋਂ, ਨਾ ਬਿਮਾਰੀ ਤੋਂ, ਨਾ ਫਲਾਣੇ ਤੋਂ, ਨਾ ਕਿਸੇ ਤੋਂ ਵੀ ਨਹੀਂ ਡਰਨਾ। ਵਾਹਿਗੁਰੂ ਨੂੰ ਯਾਦ ਕਰਨਾ, ਬਸ ਉਹ ਆਪੇ ਸਾਨੂੰ ਸੰਭਾਲ ਲਏਗਾ। ਸਾਡੀ ਚਿੰਤਾ ਉਹਨੂੰ ਹੈ, ਸਾਡਾ ਉਹੀ ਹੈ। ਹੋਰ ਮਹਾਰਾਜ ਕਹਿੰਦੇ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਣ ਰੇਮਨਾ ਤੇ ਘਟ ਬ੍ਰਹਮ ਨਿਵਾਸ। ਹੁਣ ਅਗਰ ਅਸੀਂ ਚਾਹੁੰਦੇ ਹਾਂ ਸਾਡੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਿਵਾਸ ਸਾਨੂੰ ਮਹਿਸੂਸ ਹੋਵੇ, ਇਹ ਤਾਂ ਹੈ, ਪਰ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਸਾਡੇ ਅੰਦਰ ਵਾਹਿਗੁਰੂ ਜੀ ਹੈ। ਫਿਰ ਮਹਾਰਾਜ ਜੀ ਕੀ ਕਹਿੰਦੇ, ਕੀ ਕਰੋ ਫਿਰ? ਮਾਇਆ ਤੇ ਮਮਤਾ ਇਹਨਾਂ ਨੂੰ ਛੱਡਣਾ ਔਰ ਸਾਰਿਆਂ ਤੋਂ ਡਿਟੈਚ, ਨਿਰਲੇਪ। ਇਹ ਆਪਣੇ ਆਪ ਨਹੀਂ ਹੋਣਾ। ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਬੇਨਤੀਆਂ ਕਰੀ ਜਾਣੀਆਂ, ਵਾਰ-ਵਾਰ ਬੇਨਤੀਆਂ, ਸਤਿਗੁਰਾਂ ਦੀ ਬਾਣੀ ਪੜ੍ਹ ਕੇ ਨਾਲੋਂ ਨਾਲ ਬੇਨਤੀਆਂ, ਮਹਾਰਾਜ ਜੀ ਅਸੀਂ ਤਾਂ ਫਸੇ ਪਏ ਹਾਂ, ਸਾਨੂੰ ਕੱਢੋ ਮਹਾਰਾਜ ਜੀ। ਤੁਸੀਂ ਤੁਹਾਡੀ ਤਾਂ ਸ਼ਰਨ ਵਿੱਚ ਜੋ ਆਉਂਦਾ ਹੈ ਮਹਾਰਾਜ, ਤੁਸੀਂ ਉਹਨਾਂ ਦੀ ਸਾਰਿਆਂ ਦੀ ਬੇਨਤੀ ਸੁਣਦੇ ਹੋ, ਸਾਡੀ ਸੰਗਤ ਦੀ ਵੀ ਬੇਨਤੀ ਸੁਣੋ। ਹੁਣ ਮਹਾਰਾਜ ਕਹਿੰਦੇ ਤੂੰ ਮੁਕਤ ਹੋਣਾ, ਫਿਰ ਕੀ ਕਰੇ ਤੂੰ? ਜੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ, ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ। ਹੰਕਾਰ ਨੂੰ ਜਿਹੜਾ ਛੱਡ ਦਿੰਦਾ ਹੈ, ਕਿਉਂਕਿ ਮੈਂ ਅਸੀਂ ਕਰਦੇ ਫਿਰਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਮੈਂ ਨਾ ਕਰੋ, ਕਰਤਾ ਰਾਮ ਪਛਾਣ, ਵੀ ਕਰਨ ਕਰਾਵਨਹਾਰ ਪਰਮਾਤਮਾ ਹੈ। ਅਗਰ ਤੇਰੇ ਕੋਲ ਕੋਈ ਵੀ ਚੰਗਾ ਕੰਮ ਹੋ ਰਿਹਾ, ਤੈਨੂੰ ਬਲ, ਸ਼ਕਤੀ, ਬੁੱਧੀ ਕਿਹਨੇ ਦਿੱਤੀ? ਪਰਮਾਤਮਾ ਨੇ। ਤੂੰ ਅਗਰ ਕਿਸੇ ਦੀ ਕੋਈ ਸੇਵਾ ਕਰ ਰਿਹਾ, ਕਿਸੇ ਦਾਨ ਪੁੰਨ ਕਰ ਰਿਹਾ, ਕੋਈ ਭਲਾ ਕਰ ਰਿਹਾ, ਉਹ ਤੈਨੂੰ ਕਿਹਨੇ ਤਾਕਤਾਂ ਦਿੱਤੀਆਂ? ਤੈਨੂੰ ਪਰਮਾਤਮਾ ਨੇ। ਉਹਦੇ ਸੰਸਾਰ ਚੋਂ ਤੋਂ ਕਮਾਇਆ ਨਾ, ਉਹਦੇ ਸੰਸਾਰ ਦੇ ਵਿੱਚ ਅਗਰ ਵੰਡ ਰਿਹਾ ਤਾਂ ਤੈਨੂੰ ਕੌਣ ਦੇ ਰਿਹਾ ਇਹ ਸਮਰੱਥਾ? ਇਹ ਪਰਮਾਤਮਾ। ਸੋ ਅਸੀਂ ਮੈਂ ਕਿੰਨਾ ਕਰਦੇ, ਮੈਂ ਉਹ ਕੀਤਾ, ਮੈਂ ਉਹ ਕੀਤਾ। ਮਹਾਰਾਜ ਜੀ ਕਹਿੰਦੇ ਨਹੀਂ, ਫਿਰ ਤੁਸੀਂ ਮੁਕਤ ਨਹੀਂ ਹੋਣਾ, ਉਸੇ ਮੈਂ 'ਚ ਹੀ ਬੰਨੇ ਹੋਏ ਆ। ਸੋ ਕਰਤਾ ਰਾਮ ਪਛਾਣ, ਉਹ ਕਰਨ ਕਰਾਵਣ ਹਾਰ ਪਰਮਾਤਮਾ ਨੂੰ ਪਛਾਣ। ਕਹੋ ਨਾਨਕ ਉਹ ਮੁਕਤ ਨਰ ਇਹ ਮਨ ਸਾਚੀ ਮਾਨ, ਉਹ ਮੁਕਤ ਹੋਏਗਾ। ਮਤਲਬ ਉਸ ਪਰਮਾਤਮਾ ਨੂੰ ਯਾਦ ਕਰੀ ਜਾਣਾ, ਉਹੀ ਕਰਨ ਕਰਾਵਣ ਹਾਰ ਹੈ। ਹੁਣ ਮਹਾਰਾਜ ਕਹਿੰਦੇ ਜੇ ਤੂੰ ਨਹੀਂ ਚਾਹੁੰਦਾ ਵੀ ਤੂੰ ਜੰਮਾ ਦੇ ਮਾਰਗ ਤੇ ਨਾ ਪਵੇਂ, ਫਿਰ ਕੀ ਕਰ? ਜੇਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਜੇਬਾਂ ਦੇ ਨਾਲ ਪਰਮਾਤਮਾ ਦੇ ਗੁਣ ਗਾ, ਕੰਨਾਂ ਦੇ ਨਾਲ ਵੀ ਉਹਦੀ ਕੀਰਤੀ ਸੁਣ, ਉਹਦਾ ਨਾਮ ਸੁਣ। ਕਹੋ ਨਾਨਕ ਸੁਣ ਰੇ ਮਨਾ ਪਰੇ ਨਾ ਜਮ ਕੇ ਤਾਂ, ਫਿਰ ਨਹੀਂ ਤੈਨੂੰ ਜੰਮਾਂ ਦੇ ਮਾਰਗ ਤੇ ਜਾਣਾ ਪੈਣਾ। ਸੋ ਆਪਣਾ ਕਿੰਨਾ ਅਸੀਂ ਧਿਆਨ ਰੱਖਣਾ ਹੈ। ਫਿਰ ਜੇਬਾਂ ਨਾਲੋਂ ਕੁਛ ਗੰਦਾ ਨਹੀਂ ਬੋਲਣਾ, ਕੁਛ ਅਪਸ਼ਬਦ ਨਹੀਂ, ਕੁਛ ਗਲਤ ਨਹੀਂ ਬੋਲਣਾ, ਕਿਉਂਕਿ ਸੰਸਾਰ 'ਚ ਰਹਿੰਦੇ ਆ, ਸਾਨੂੰ ਬੋਲ ਕੇ ਸੰਸਾਰ ਚੱਲਦਾ, ਬਹੁਤ ਕੁਛ ਬੋਲਣਾ ਪੈਂਦਾ। ਪਰ ਕੁਛ ਵੀ ਇੱਦਾਂ ਦਾ ਨਹੀਂ ਬੋਲਣਾ ਜਿਹਦੇ ਪਿੱਛੇ ਸਾਡੀ ਇੰਟੈਂਸ਼ਨ ਮਾੜੀ ਹੋਵੇ ਜਾਂ ਮੈਲੀ ਹੋਵੇ। ਤੇ ਕੰਨਾਂ ਦੇ ਨਾਲ ਕੁਛ ਵੀ ਇੱਦਾਂ ਦਾ ਨਹੀਂ ਸੁਣਨਾ ਜਿਹੜਾ ਸਾਨੂੰ ਮੈਲਾ ਕਰਕੇ ਰੱਖੇ। ਇਹ ਮਹਾਰਾਜ ਜੀ ਕਹਿੰਦੇ ਧਿਆਨ ਰੱਖੋ, ਕੰਨਾਂ ਨਾਲ ਵਾਹਿਗੁਰੂ ਦੀ ਕੀਰਤੀ ਸੁਣੋ। ਹੁਣ ਮਹਾਰਾਜ ਜੀ ਕਹਿੰਦੇ ਆ ਅਗਲੀ ਅਵਸਥਾ ਦੱਸਦੇ ਨੇ, ਜਿਹੜਾ ਆਪ ਵੀ ਤਰਦਾ ਤੇ ਦੂਸਰਿਆਂ ਨੂੰ ਵੀ ਤਾਰਦਾ। ਉਹ ਕਿਹੜੀ ਅਵਸਥਾ ਹੈ? ਬਾਣੀ ਵਿੱਚ ਮਹਾਰਾਜ ਦੱਸਦੇ ਨੇ, ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਅਹੰਕਾਰ, ਕਹੋ ਨਾਨਕ ਆਪੰਤਰੇ ਔਰਨ ਲੇਤ ਉਦਾਰ। ਮਤਲਬ ਕਿ ਇਹ ਮੈਲਾ ਹੀ ਆ ਸਾਰੇ, ਜਿਹਨਾਂ ਨੂੰ ਮਹਾਰਾਜ ਸਮਝਾਈ ਜਾ ਰਹੇ ਨੇ। ਮਮਤਾ ਜੀ ਸਾਡੀ ਮੈਲ, ਲੋਭ ਵੀ ਇਕੱਠਾ ਕਰਨ ਦਾ ਸਾਨੂੰ ਲੋਭ, ਮੋਹ ਪਰਿਵਾਰ ਦਾ ਸਾਨੂੰ ਕਿੰਨਾ ਮੋਹ, ਆਪਣੇ ਤਨ ਦਾ ਹੀ ਮੋਹ ਹੈ, ਪਰਿਵਾਰ ਦਾ ਬਾਅਦ ਚ ਆਉਂਦਾ, ਆਪਣਾ ਹੀ ਮੋਹ ਹੈ, ਤਨ ਦਾ ਹੀ ਮੋਹ ਹੈ। ਅਹੰਕਾਰ ਕਿੰਨਾ ਮੈਂ ਕਰਦੇ ਫਿਰਦੇ, ਸਾਰੀਆਂ ਮੈਲਾਂ ਨੇ। ਜਦ ਤੱਕ ਇਹ ਨਹੀਂ ਦੂਰ ਹੁੰਦੀਆਂ ਅਸੀਂ ਖੁਦ ਹੀ ਨਹੀਂ ਤਰਨਾ। ਜਿਹਦੀਆਂ ਇਹ ਦੂਰ ਹੋ ਗਈਆਂ, ਆਪ ਵੀ ਤਰ ਗਿਆ, ਉਹ ਦੂਸਰਿਆਂ ਨੂੰ ਵੀ ਤਰ ਦਿੰਦਾ। ਹੁਣ ਮਹਾਰਾਜ ਕਹਿੰਦੇ ਅਗਰ ਤੂੰ ਸਦਾ ਸੁਖੀ ਰਹਿਣਾ ਫਿਰ ਕੀ ਕਰ? ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਜੇ ਤਾਂ ਸੁਖੀ ਰਹਿਣਾ ਚਾਹਨਾ ਤਾਂ ਪਰਮਾਤਮਾ ਦੀ ਸ਼ਰਨ ਹੈ। ਕੋਈ ਦੁੱਖ ਆਂਦੀ, ਕੋਈ ਮੁਸੀਬਤ ਆਉਂਦੀ ਆ, ਤੂੰ ਉਹਨੂੰ ਯਾਦ ਕਰ, ਉਹਨੂੰ ਧਿਆਨ। ਅੰਦਰਲਾ ਮਨ ਨਹੀਂ ਟਿਕਦਾ ਹੈਗਾ, ਤੂੰ ਪਰਮਾਤਮਾ ਨੂੰ ਧਿਆਨ। ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਕ ਦੇ,
ਇਹ ਤੈਨੂੰ ਬੜੀ ਦੁਰਲਭ ਆ, ਇਹ ਦੇਹ ਐਵੇਂ ਨਹੀਂ ਮਿਲੀ ਹੋਈ, ਇਹ ਕਦੋਂ ਨਿਕਲ ਜਾਣੀ ਹੈ ਸਾਡੇ ਹੱਥੋਂ ਪਤਾ ਹੀ ਨਹੀਂ ਹੈ। ਸੋ ਤੂੰ ਦੀ ਸ਼ਰਨ ਵਿੱਚ ਆ ਜਾ ਪਰਮਾਤਮਾ ਦੀ। ਹੁਣ ਤੂੰ ਰੱਬ ਦਾ ਰੂਪ ਬਣਨਾ, ਅਗਰ ਹਰੀ ਵਰਗਾ ਹੀ ਬਣਨਾ, ਫਿਰ ਮਹਾਰਾਜ ਕਹਿੰਦੇ ਕੀ ਕਰ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜਿਹੜਾ ਨਿਸ ਦਿਨ ਮਤਲਬ ਦਿਨ ਤੇ ਰਾਤ ਪਰਮਾਤਮਾ ਨੂੰ ਯਾਦ ਕਰਦਾ ਆ, ਉਹਦੇ ਰੱਬੀ ਕਾਨੂੰਨਾਂ ਦੇ ਵਿੱਚ ਚੱਲਦਾ ਆ। ਇਹ ਹੁੰਦਾ ਪਰਮਾਤਮਾ ਨੂੰ ਦਿਨ ਰਾਤ ਯਾਦ ਕਰਨਾ, ਕਿਉਂਕਿ ਜਦੋਂ ਕੰਮ ਕਰਨਾ ਉਹਦੇ 'ਚ ਧਿਆਨ ਹੁੰਦਾ, ਬਸ ਚੱਲਣਾ ਪਰਮਾਤਮਾ ਦੇ ਹੁਕਮ ਵਿੱਚ ਆ। ਤੇ ਦਿਨ ਰਾਤ ਜਿਹੜਾ ਉਹਨੂੰ ਯਾਦ ਕਰਦਾ, ਉਹ ਪਰਮਾਤਮਾ ਔਰ ਉਸ ਜਨਮ ਵਿੱਚ ਕੋਈ ਫਰਕ ਨਹੀਂ ਹੁੰਦਾ, ਇੱਕੋ ਹੀ ਰੂਪ ਹੋ ਜਾਂਦਾ ਹੈ। ਹੁਣ ਕਹਿੰਦੇ ਫਿਰ ਮਹਾਰਾਜ ਹੋਰ ਦੱਸਦੇ ਨੇ, ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਸਾਡੇ ਹਿਰਦੇ ਵਿੱਚ ਤਾਂ ਵਿਚਾਰ ਦੁਨੀਆ ਦੇ ਚੱਲਦੇ ਨੇ, ਆਪਣੇ ਜਾਂ ਆਪਣੇ ਪਰਿਵਾਰ ਦੇ ਜਾਂ ਦੁਨੀਆ ਦੇ ਜਾਂ ਕਿਸੇ ਦੇ, ਲੇਕਿਨ ਜਿਹਦੇ ਅੰਦਰ ਪਰਮਾਤਮਾ ਦੀ ਯਾਦ ਚੱਲਣ ਲੱਗ ਗਈ, ਉਹ ਮਹਾਰਾਜ ਜੀ ਕਹਿੰਦੇ ਉਹ ਮੁਕਤ ਆ। ਕਿਉਂਕਿ ਹੋਰ ਉਹਨੂੰ ਕੋਈ ਯਾਦ ਹੀ ਨਹੀਂ ਹੈ, ਤਾਂ ਉਹ ਮੈਲਾ ਹੈ ਜਿਹੜੀਆਂ ਸਾਨੂੰ ਬਾਕੀ ਯਾਦਾਂ ਨੇ ਸਾਰੀਆਂ। ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਸੇ ਵਿੱਚ ਔਰ ਪਰਮਾਤਮਾ ਵਿੱਚ ਕੋਈ ਵੀ ਫਰਕ ਨਹੀਂ ਆ। ਮਹਾਰਾਜ ਜੀ ਕਹਿੰਦੇ ਇਹ ਸੱਚੀ ਗੱਲ ਆ, ਇਹਨੂੰ ਤੁਸੀਂ ਮੰਨ ਲਓ ਆਪਣੇ ਅੰਦਰ। ਸੋ ਕਿੰਨਾ ਬੇਅੰਤ ਉਪਦੇਸ਼ ਨੇ ਸੰਗਤ ਜੀ। ਆਪਾਂ ਇੱਕ ਵੀ ਲੈ ਕੇ ਆਪਣੇ ਜੀਵਨ ਦੇ ਉੱਤੇ ਪਹਿਰਾ ਦੇ ਕੇ ਚੱਲਣ ਲੱਗ ਗਏ। ਸੋ ਆਪਾਂ ਸਾਰੇ ਜਾਣੇ ਮਿਲ ਕੇ ਹੁਣ ਇੱਕ ਕੰਮ ਕਰਾਂਗੇ, 40 ਦਿਨ ਦਾ ਪਹਿਲਾਂ ਟਾਰਗੇਟ ਰੱਖੀਏ। ਸੋ ਆਪਣਾ ਲਿਖ ਲਓ ਡਾਇਰੀਆਂ ਲੈ ਕੇ, ਹੁਣ ਨਹੀਂ ਬਾਅਦ ਵਿੱਚ। ਸੋ ਡਾਇਰੀ ਲੈ ਕੇ ਆਪਣਾ 40 ਦਿਨ ਦੀ ਪਲੈਨਿੰਗ ਕਰ ਲਓ, ਸਵੇਰ ਤੋਂ ਲੈ ਕੇ ਰਾਤ ਤੱਕ। ਵੀ ਇੰਨੇ ਵਜੇ ਉੱਠਣਾ, ਪੂਰਾ ਉਹ ਡਿਸਿਪਲਿਨ ਆਪਣਾ ਬਣਾ ਲਓ। ਇੰਨੇ ਵਜੇ ਖਾਣਾ ਖਾਣਾ, ਹੈਲਦੀ ਡਾਈਟ ਵੀ ਲੈਣੀ, ਐਕਸਰਸਾਈਜ਼ ਵੀ, ਬਾਡੀ ਨੂੰ ਵੀ ਟਾਈਮ ਦੇਣਾ, ਭਲਾ ਕੀ ਕਰਨਾ, ਚੰਗਾ ਕੀ ਕਰਨਾ, ਉਹ ਕੀ ਕਰਨਾ, ਸਾਰਾ ਕੁਝ ਸਵੇਰ ਤੋਂ ਲੈ ਕੇ ਰਾਤ ਤੱਕ। ਔਰ ਉਹਦੇ ਵਿੱਚ ਬਾਰ-ਬਾਰ ਜਿਹੜਾ ਹੈ ਮਨ ਨੂੰ ਚੇਤੇ, ਕੰਮ ਕਰਦਿਆਂ ਵੀ, ਸੈਰ ਕਰਦਿਆਂ ਵੀ, ਐਕਸਰਸਾਈਜ਼ ਕਰਦਿਆਂ ਵੀ ਯਾਦ ਕਰਾਈ ਜਾਣਾ ਵੀ ਵਾਹਿਗੁਰੂ ਦੀ ਯਾਦ ਵਿੱਚ, ਇਹ ਵਾਹਿਗੁਰੂ ਦਾ ਦਿੱਤਾ ਸਰੀਰ, ਐਕਸਰਸਾਈਜ਼ ਕਰਦਿਆਂ ਵੀ ਉਹਦੇ ਹਰਮੰਦਰ ਨੂੰ ਹੀ ਸਵਾਰ ਰਹੇ ਹਾਂ। ਤੇ ਆਪਣੇ ਆਪ ਤੋਂ ਛੁੱਟ ਕੇ ਵਾਹਿਗੁਰੂ ਜੀ ਦੇ ਨਾਲ ਜੁੜੀ ਜਾਵਾਂਗੇ। ਹੌਲੀ-ਹੌਲੀ ਇਹ ਲੱਗਣ ਵੀ ਲੱਗ ਜਾਏਗਾ ਤੁਹਾਨੂੰ ਉਹਦਾ ਹੀ ਹੈ, ਹਲੇ ਮੇਰਾ ਲੱਗ ਰਿਹਾ ਹੈ। ਇਹ ਕਰਨਾ ਸੀ, ਲਿਖ ਲਿਓ ਇਹ ਚੀਜ਼ਾਂ। ਔਰ ਇਵੇਂ ਰੋਜ਼ ਐਕਸਰਸਾਈਜ਼ ਕਰਨ ਵੇਲੇ ਪਹਿਲਾਂ ਉਹ ਚੀਜ਼ ਪੜ੍ਹ ਲੈਣੀ ਵੀ ਪਰਮਾਤਮਾ ਦੇ ਹਰਮੰਦਰ ਨੂੰ ਲੱਗੇ ਹਾਂ ਅਸੀਂ ਨਰਿਸ਼ ਕਰਨ, ਏਦਾਂ ਕਰਕੇ। ਔਰ ਖਾਣਾ ਖਾਣ ਵੇਲੇ ਵੀ ਇਹ ਪਰਮਾਤਮਾ ਨੇ ਦਿੱਤਾ ਜਿਹੜਾ ਹਰਮੰਦਰ ਆ, ਇਹਨੂੰ ਖਿਲਾਉਣ ਲੱਗੇ ਆ, ਇਹਨੂੰ ਨਰਿਸ਼ ਕਰਨ ਲੱਗੇ ਆ। ਹੁਣ ਆਪਣੇ ਤੋਂ ਛੁੱਟ ਕੇ ਪਰਮਾਤਮਾ ਨਾਲ ਉਹਦਾ ਸ਼ੁਕਰ ਕਰਕੇ, ਸ਼ੁਕਰ ਹੈ ਹੱਥ ਪੈਰ ਚੱਲਦੇ, ਖਾਣਾ ਬਣਾ ਲੈਂਦੇ ਆ, ਖਾ ਲੈਂਦੇ ਆ, ਜੋ ਵੀ ਹੈ ਬਾਰ-ਬਾਰ ਸ਼ੁਕਰ ਕਰਦੇ ਆ, ਬਾਰ-ਬਾਰ ਉਹਦੀ ਯਾਦ ਬਣੇ ਬਹਾਨੇ ਲੱਭੀ ਜਾਣੇ ਆ ਵੀ ਕਿਵੇਂ। ਕਿਉਂਕਿ ਹਰ ਵੇਲੇ ਤੁਸੀਂ ਪਾਠ ਨਹੀਂ ਕਰ ਸਕਦੇ, ਹਰ ਵੇਲੇ ਤੁਸੀਂ ਕੀਰਤਨ ਨਹੀਂ ਸੁਣ ਸਕਦੇ, ਹਰ ਵੇਲੇ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ, ਸਰੀਰ ਰਹਿ ਜਾਣਗੇ। ਇਹਦਾ ਚੱਲਣਾ ਫਿਰਨਾ, ਇਹਦਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਚੱਲਦਿਆਂ ਫਿਰਦਿਆਂ ਉਠਤ ਬੈਠਤ ਜਿਹੜਾ ਹੈ, ਕਿਵੇਂ ਸਾਨੂੰ ਪਰਮਾਤਮਾ ਦੀ ਯਾਦ ਰਵੇ, ਇਹ ਆਪਣਾ ਤੁਸੀਂ ਆਪ ਸੈੱਟ ਕਰ ਲੈਣਾ। ਕਿਹੜਾ ਸ਼ਬਦ ਜਿਹੜਾ ਤੁਹਾਨੂੰ ਪਿਆਰਾ ਲੱਗਦਾ, ਜਿਹੜਾ ਤੁਹਾਨੂੰ ਪਰਮਾਤਮਾ ਦੇ ਨਾਲ ਸਿੱਧਾ ਜੋੜ ਦਿੰਦਾ, ਕਨੈਕਟ ਕਰ ਦਿੰਦਾ ਆ, ਉਹਨੂੰ ਗੁਣਗੁਣਾਓ ਤੁਸੀਂ ਵਾਕ ਕਰਦਿਆਂ ਵੀ, ਇਵੇਂ ਵੀ ਜੋ ਤੁਹਾਡਾ ਆਪਣੀ ਹਰਕਤ ਆ। ਕਿਸੇ ਨੂੰ ਕਿੱਥੇ ਮਨ ਟਿਕਦਾ ਹੁੰਦਾ, ਕਿਸੇ ਦਾ ਕਿੱਥੇ। ਸਵੇਰ ਤੋਂ ਲੈ ਕੇ ਰਾਤ ਤੱਕ, ਔਰ ਕੁਝ ਸਮਾਂ ਬੈਠ ਕੇ ਬੰਦਗੀ ਕਰਨ ਦਾ ਵੀ, ਉਹ ਵੀ ਸਵੇਰ ਦਾ ਵੀ ਹੈ, ਸ਼ਾਮ ਦਾ ਵੀ, ਵਿੱਚ ਵੀ ਅਗਰ ਘਰਾਂ 'ਚ ਹੀ ਬੈਠੇ, ਅੱਜ ਕੱਲ੍ਹ ਬਹੁਤਾ ਬਾਹਰ ਆਉਣਾ ਜਾਣਾ ਤਾਂ ਹੈ ਨੀਗਾ, ਵਿੱਚ ਵੀ ਜਿਹੜਾ ਟਾਈਮ ਕੱਢ ਕੇ ਫਿਕਸ ਕਰ ਲਓ ਵੀ ਇੰਨੇ ਤੋਂ ਇੰਨੇ ਸਾਧਨਾ ਹੀ ਕਰਨੀ ਹੈ, ਬੰਦਗੀ ਹੀ ਕਰਨੀ ਆ, ਗੁਰਬਾਣੀ ਹੀ ਪੜ੍ਹਨੀ, ਜੋ ਵੀ ਤੁਹਾਨੂੰ ਚੰਗਾ ਲੱਗਦਾ। ਗੁਰਬਾਣੀ ਪੜ੍ਹਨੀ ਉੱਦਾਂ ਨਹੀਂ ਪੜ੍ਹਨੀ, ਪੜ੍ਹ ਲਈ। ਉਹ 'ਚੋਂ ਕਿਹੜੀ ਚੰਗੀ ਚੀਜ਼ ਲੱਗੀ, ਚੰਗੀ ਮੀਨ ਸਾਰੀਆਂ ਚੰਗੀਆਂ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਬਦਲਣਾ ਆ ਜਾਂ ਉੱਤੇ ਮੈਂ ਚੱਲਣਾ ਆ, ਉਹ ਵੀ ਨੋਟਸ ਬਣਾਈ ਜਾਣੇ 40 ਦਿਨ ਲਗਾਤਾਰ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਦੇ ਸੌਣ ਤੱਕ। ਇਹ 'ਚੋਂ ਇੱਕ ਅੱਧਾ 1-2 ਘੰਟੇ ਫ੍ਰੀ ਰੱਖ ਲਿਓ। ਫ੍ਰੀ ਇਨ ਦਾ ਸੈਂਸ ਵੀ ਕੋਈ ਹੋਰ ਸਾਨੂੰ ਕੰਮ ਪੈ ਸਕਦਾ, ਕੁਛ ਵੀ ਹੋ ਸਕਦਾ, ਫਿਰ ਨਹੀਂ ਤਾਂ ਫਿਰ ਲੱਗਦਾ ਹੁੰਦਾ ਮੇਰੇ ਕੋਈ ਚੱਲ ਨਹੀਂ ਹੋਇਆ, ਉਹਨੂੰ ਵਿੱਚ ਐਡਜਸਟ ਕੀਤਾ ਜਾ ਸਕਦਾ। ਫਿਰ ਦੂਸਰੇ ਦਿਨ ਜਾ ਕੇ ਸਵੇਰ ਨੂੰ ਇੱਕ ਵਾਰ ਪੜ੍ਹ ਲੈਣਾ ਸਾਰਾ, ਵੀ ਪਲੈਨਿੰਗ ਰਾਤ ਨੂੰ ਹੋਣੀ ਚਾਹੀਦੀ, ਕੱਲ ਦੇ ਦਿਨ ਦੀ ਮੇਰੀ ਇਹ ਪਲੈਨਿੰਗ ਹੈ। ਸਵੇਰ ਨੂੰ ਇੱਕ ਵਾਰ ਫਿਰ ਸਾਰਾ ਪੜ੍ਹ ਲਿਆ, ਉਹ ਚੱਲਣਾ ਸ਼ੁਰੂ ਹੋ ਜਾਓ ਉਹਦੇ ਉੱਤੇ। ਸ਼ਾਮ ਨੂੰ, ਰਾਤ ਨੂੰ ਸੌਣ ਵੇਲੇ ਹੁਣ ਉਹ ਜਿੰਨੇ ਪੁਆਇੰਟਸ ਅਸੀਂ ਡਿਸਕਸ ਕੀਤੇ ਸੀ ਆਪਣੇ ਮਨ ਦੇ ਨਾਲ, ਵੀ ਐਂ ਦਿਨ ਸਾਰਾ ਬਿਤਾਉਣਾ, ਉਹਦੇ ਵਿੱਚੋਂ ਜਿਹੜਾ ਉਵੇਂ ਕਰ ਲਿਆ ਉਹਨੂੰ ਟਿਕ ਕਰੀ ਜਾਓ ਵੀ ਹਾਂਜੀ ਆਹ ਹੋ ਗਿਆ। ਜਿਹੜਾ ਨਹੀਂ ਹੋਇਆ ਉਹਨੂੰ ਕ੍ਰਾਸ ਮਾਰ ਦਿਓ। ਦੁਖੀ ਨਹੀਂ ਹੋਣਾ, ਡਾਊਨ ਨਹੀਂ ਕਰਨਾ ਆਪਣੇ ਆਪ ਨੂੰ। ਜ਼ਰੂਰੀ ਨਹੀਂ ਆ ਪਹਿਲੇ ਦਿਨ ਅਸੀਂ ਬਣਾਇਆ ਤਾਂ ਪ੍ਰੋਗਰਾਮ ਅਸੀਂ ਚੱਲ ਪਾਈਏ, ਕਿਉਂਕਿ ਆਦਤਾਂ ਸਾਡੀਆਂ ਹੋਰ ਬਣੀਆਂ ਹੁੰਦੀਆਂ। ਜਿਹੜੇ ਚੱਲ ਪਏ ਆਪਣੇ ਆਪ ਨੂੰ ਸ਼ਾਬਾਸ਼ ਦਿਓ ਵੀ ਮਹਾਰਾਜ ਨੇ ਕਿਰਪਾ ਕਰਤੀ, ਆਪਾਂ ਚੱਲ ਪਏ। ਤੇ 1-2 ਗੱਲਾਂ ਨਹੀਂ ਵੀ ਹੋ ਪਾਈਆਂ, ਕੋਈ ਗੱਲ ਨਹੀਂ, ਇਹਨੂੰ ਕੱਲ ਨੂੰ ਕਰ ਲੈਣਾ ਹੈ।
ਕਰਾਂਗੇ ਨਹੀਂ, ਇਹਨੂੰ ਕਰ ਲੈਣਾ, ਏਦਾਂ ਕਹਿ ਕੇ ਆਪਣੇ ਆਪ ਨੂੰ ਮੈਸੇਜ ਦੇ ਕੇ ਅਗਲੇ ਦਿਨ ਦਾ ਫਿਰ ਬਣਾਓ। ਵੀ ਕੋਈ ਆਪਣੇ ਆਪ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ, ਇਹ ਤੁਹਾਨੂੰ ਔਖਾ ਲੱਗਿਆ ਸੀ, ਕਿੰਨਾ ਕਰ ਸਕਦੇ ਹੋ। ਇੱਕ ਰਾਤ ਪਹਿਲਾਂ ਬਣਾਓ ਟਾਈਮ ਟੇਬਲ ਆਪਣਾ, ਔਰ ਦੂਸਰੇ ਦਿਨ ਉੱਤੇ ਚੱਲੋ, ਰਾਤ ਨੂੰ ਸੌਣ ਤੋਂ ਪਹਿਲਾਂ ਟਿਕ ਕਰੋ। 40 ਦਿਨ ਇਹ ਕਰਕੇ ਦੇਖੋ ਸੰਗਤ ਜੀ, ਰੂਹ ਵੀ ਖਿਲੀ ਖਿਲੀ ਰਹੇਗੀ। ਜਿਹੜਾ ਦੂਜਿਆਂ 'ਚ ਮਨ ਫਸਿਆ, ਉਹ ਕਰਦਾ, ਉਹ ਕਰਦਾ, ਉੱਤੋਂ ਵੀ ਨਿਕਲਾਂਗੇ ਬਾਹਰ, ਕਿਉਂਕਿ ਅਸੀਂ ਕੋਈ ਸਮੱਸਿਆ ਦਾ ਹੱਲ ਤਾਂ ਕਿਸੇ ਦਾ ਕਰਨ ਵਾਲਾ ਨਹੀਂ, ਉਲਟਾ ਉਹ ਮੈਲਾਂ ਇਕੱਠੀਆਂ ਕਰੀ ਜਾਂਦੇ ਆ, ਉਲਟਾ ਫਸੀ ਜਾਂਦੇ, ਅਸੀਂ ਉਲਝੀ ਜਾਂਦੇ ਉਹਦੇ ਵਿੱਚ। ਹਾਂ, ਸਾਡੇ ਕੋਲ ਕਿਸੇ ਦਾ ਕੁਛ ਭਲਾ ਹੋ ਸਕਦਾ, ਉਹ ਅਸੀਂ ਕਰ ਲਈਏ, ਦੈਟਸ ਇਟ, ਇੰਨਾ ਹੀ ਆ ਸਾਡਾ। ਕਿਸੇ ਦਾ ਦੁੱਖ ਸੁਣ ਕੇ ਕੁਛ ਬਣਾ ਲਈਏ, ਉਹ ਅਸੀਂ ਕੰਮ ਕਰ ਸਕਦੇ ਹਾਂ, ਫਾਲਤੂ ਨਹੀਂ। ਉਹ ਤੋਂ ਬਾਅਦ ਉਨਾ ਟਾਈਮ ਸਾਡੀ ਡਿਊਟੀ ਸੀ, ਉਹ ਕਰ ਲਿਆ, ਉਹ ਤੋਂ ਬਾਅਦ ਨਹੀਂ, ਉਹਦੀ ਯਾਦ 'ਚ, ਉਹਦੇ 'ਚ ਨਹੀਂ ਫਸੇ ਰਹਿਣਾ। ਨੋ, ਵਾਰ-ਵਾਰ ਮੁੜ ਕੇ ਲੈ ਕੇ ਆਉਣਾ। ਮਹਾਰਾਜ ਕਹਿੰਦੇ ਨਾ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀਏ ਮਨ ਹੋੜੀਏ ਜੀ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਹੀਂ, ਇਹ ਬਚਨ ਉਹਨਾਂ ਦੇ ਨੇ, ਲੇਕਿਨ ਕਿਸੇ ਕਵੀ ਨੇ ਆਪਣੇ ਭਾਵ ਵਿੱਚ ਹੀ ਲਿਖੇ ਨੇ। ਵੀ ਮਨ ਤਾਂ ਇੱਧਰ ਉੱਧਰ ਭੱਜਦਾ ਆ, ਗੁਰੂ ਦੇ ਸ਼ਬਦ ਦੇ ਨਾਲ ਇਹਨੂੰ ਫਿਰ ਵਾਪਸ ਖਿੱਚ ਕੇ ਲੈ ਕੇ ਆਉਣਾ। ਇਹ ਅਸੀਂ ਸਾਰਿਆਂ ਨੇ ਕਰਨਾ ਸੰਗਤ ਜੀ। 40 ਦਿਨਾਂ ਬਾਅਦ ਫਿਰ ਆਪਣਾ ਮਨ ਦੀ ਅਵਸਥਾ ਵੀ ਅਸੀਂ ਰੋਜ਼ ਹੀ, ਉਹ ਤਾਂ ਚੇਂਜ ਹੋਈ ਜਾਣੀ ਨਾਲੋਂ ਨਾਲ, ਪਹਿਲੇ ਦਿਨ ਤੋਂ ਚੇਂਜ ਹੋਣ ਲੱਗ ਜਾਣੀ। 40 ਦਿਨਾਂ ਬਾਅਦ ਤਾਂ ਬਹੁਤ ਕੁਛ ਹੋ ਜਾਣਾ। ਤੇ 40 ਦਿਨ ਦਾ ਮਤਲਬ ਹੁੰਦਾ ਆ ਕਿ ਸਾਡੀਆਂ ਫਿਰ ਆਦਤਾਂ ਸੁਭਾਅ ਉੱਦਾਂ ਦਾ ਬਣ ਜਾਊਗਾ। ਫਿਰ ਉਸ ਮੋਡ ਵਿੱਚ ਰਹਿਣ ਲੱਗ ਜਾਵਾਂਗੇ, ਪਰਮਾਤਮਾ ਦੇ ਸ਼ੁਕਰਾਨੇ ਵਿੱਚ, ਉਹਦੀ ਯਾਦ ਦੇ ਵਿੱਚ। ਜਿਹੜਾ ਦੂਸਰੇ ਪਾਸੇ ਮਨ ਫਸਿਆ, ਉਹ ਸਾਡਾ ਆਪਣੇ ਵੱਲ ਨੂੰ ਖਿੱਚ ਹੋਣ ਲੱਗ ਜਾਏਗਾ, ਆਪਣੀ ਆਤਮਾ ਵੱਲ ਨੂੰ ਲੱਗਣ ਲੱਗ ਜਾਵਾਂਗੇ। ਆਤਮ ਚੀਨ ਪ੍ਰਾਤਮ ਚੀਨੋ, ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ। ਮਕਸਦ ਸਾਡਾ ਇਹੀ ਆ ਸਾਰਿਆਂ ਦਾ, ਕਿ ਅਸੀਂ ਆਪਣੇ ਸੈਲਫ ਨੂੰ ਜਾਣੀਏ, ਔਰ ਅਸੀਂ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਵੇ। ਸਾਰੇ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇਹੀ ਉਪਦੇਸ਼ ਦਿੱਤੇ ਨੇ। ਇਹ ਸਾਰੇ ਜਾਣੇ ਨੇ 40 ਦਿਨ ਅਸੀਂ ਪਹਿਲਾਂ ਕੰਮ ਕਰਨਾ। ਤੋ ਡੇਟ ਸਾਰੇ ਜਣੇ ਹੁਣ ਨੋਟ ਆਪਣੀ ਕਰ ਲਓ ਆਪਣੀ ਡਾਇਰੀਆਂ ਦੇ ਉੱਤੇ। ਫਿਰ ਆਪਾਂ ਡਿਸਕਸ ਕਰਾਂਗੇ ਇਹਦੇ ਉੱਤੇ, ਅਗਲੇ ਹਫ਼ਤੇ ਵਿੱਚ ਕਰੀ ਜਾਵਾਂਗੇ ਵੀ ਕਿੰਨਾ ਕੁ ਆਪਾਂ ਚੱਲ ਪਏ, ਕਿੰਨਾ ਨਹੀਂ। ਤੋ ਸੰਗਤ ਜੀ, ਤੇ ਇੱਕ ਆਪ ਜੀ ਦੇ ਚਰਨਾਂ ਵਿੱਚ ਹੋਰ ਵੀ ਬੇਨਤੀ, ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਅਰਦਾਸ ਬੇਨਤੀਆਂ ਨਿਤ ਕਰਦੇ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ, ਕਿ ਸ਼੍ਰੀ ਗੁਰੂ ਨਾਨਕ ਮਿਸ਼ਨ 1 ਮਈ 2006 ਨੂੰ ਜਿਹੜਾ ਹੈ, ਇਹਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਸਾਨੂੰ ਸੇਵਾ ਬਖਸ਼ੀ ਸੀ। ਤੋ ਐਨੀਵਰਸਰੀ ਵੀ ਹੈ ਸ਼੍ਰੀ ਗੁਰੂ ਨਾਨਕ ਮਿਸ਼ਨ ਦੀ, 15 ਸਾਲ ਹੋ ਗਏ ਨੇ। ਸੋ ਆਪ ਸਾਰੀਆਂ ਸੰਗਤਾਂ ਦੀ ਅਸੀਸਾਂ ਦੀ ਬਹੁਤ ਜ਼ਰੂਰਤ ਹੈ ਸੰਗਤ। ਤੁਹਾਡੀਆਂ ਅਸੀਸਾਂ ਬਣੀਆਂ ਰਹਿਣ, ਤੁਸੀਂ ਮਹਾਰਾਜ ਦੇ ਚਰਨਾਂ ਵਿੱਚ, ਤੁਹਾਡੀ ਵਿੱਚ ਸੰਗਤ ਹਰ ਪ੍ਰਭ ਵਸੇ ਜੋ। ਸੰਗਤਾਂ ਦੀ ਅਸੀਸਾਂ ਪਰਮਾਤਮਾ ਦੀ ਅਸੀਸਾਂ ਆ, ਅੰਤਿਮ ਸਵਾਸਾਂ ਤੱਕ ਸਾਰੇ ਸੇਵਾਦਾਰਾਂ ਕੋਲੋਂ ਮਹਾਰਾਜ ਜੀ ਤਨ ਮਨ ਧਨ ਸਵਾਸ ਪ੍ਰਾਣ ਸੁਰਤੀ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ, ਔਰ ਨਿਸ਼ਕਾਮ ਸੇਵਾ। ਜਿਹੜੇ ਮਹਾਰਾਜ ਨੇ ਵਚਨ ਕਹੇ ਨੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਨੂੰ ਨਿਸ਼ਕਾਮ ਵੀ ਮਹਾਰਾਜ ਜੀ ਆਪੇ ਬਣਾਉਣ। ਸਾਡੇ ਕੋਲ ਕਿੱਥੇ ਹਿੰਮਤ, ਅਸੀਂ ਤਾਂ ਮੈਲੇ ਹਾਂ, ਅਸੀਂ ਤਾਂ ਲੋਭੀ ਹਾਂ, ਅਸੀਂ ਤਾਂ ਇਕੱਠਾ ਕਰਨ ਵਾਲੇ ਹਾਂ ਸਾਰੇ ਜਾਣੇ। ਪਰ ਮਹਾਰਾਜ ਜੀ ਹੈ ਜਦੋਂ ਕਿਰਪਾ ਕਰਦੇ ਨੇ, ਫਿਰ ਸਾਰੀ ਪਕੜ ਵੀ ਛੁਡਾ ਦਿੰਦੇ ਨੇ। ਤੋ ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅਸੀਂ ਮਨਾ ਰਹੇ ਹਾਂ। ਇਹ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਹੈ, ਮਹਾਰਾਜ ਜੀ ਜੋ ਵੀ ਤੁਹਾਡੀ ਸ਼ਰਨ ਵਿੱਚ ਆਇਆ, ਤੁਸੀਂ ਸਭ ਦੀ ਬਾਂਹ ਪਕੜੀ, ਸਾਡੀ ਸਾਰੀ ਸੰਗਤ ਦੀ ਬਾਂਹ ਪਕੜੋ, ਔਰ ਸ਼੍ਰੀ ਗੁਰੂ ਨਾਨਕ ਮਿਸ਼ਨ ਦੇ ਉੱਤੇ ਹਮੇਸ਼ਾ ਹੀ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਸਾਰੇ ਸੇਵਾਦਾਰਾਂ ਨੂੰ ਮਹਾਰਾਜ ਜੀ ਨਿਸ਼ਕਾਮ ਸੇਵਾਦਾਰ ਬਣਾ ਕੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੁਸੀਂ ਆਪਣਾ ਮਿਲਾਪ ਵੀ ਬਖਸ਼ੋ, ਵਾਹਿਗੁਰੂ ਜੀ ਦੇ ਵਿੱਚ ਭੇਦ ਵੀ ਸਾਨੂੰ ਸਾਰਿਆਂ ਨੂੰ ਕਰੋ। ਸਾਡੀਆਂ ਭੁੱਲਾਂ ਨੂੰ ਮਹਾਰਾਜ ਜੀ ਤੁਸੀਂ ਤਾਂ ਬਖਸ਼ ਦਿੰਦੇ ਹੋ ਸਾਰਿਆਂ ਨੂੰ, ਜਿਹੜਾ ਜ਼ਿਆਦਤੀਆਂ ਕਰਦੇ ਉਹਨਾਂ ਨੂੰ ਵੀ ਬਖਸ਼ਦੇ ਹੋ, ਤਾਂ ਸਾਨੂੰ ਵੀ ਤੁਸੀਂ ਬਖਸ਼ ਦਿਓ ਦਾਤਾ ਜੀ, ਸਾਰੀ ਸੰਗਤ ਨੂੰ ਬਖਸ਼ ਦਿਓ। ਸੰਗਤ ਜੀ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।